ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ, ਸਭ ਸਤਿਕਾਰ ਹੈ ਸੱਜਣਾ ਨੂੰ ਜੋ ਇਸ ਵਕਤ ਜ਼ਿੰਦਗੀ ਦੇ ਰੰਗਾਂ ਤੇ ਆਵਾਜ਼ ਦੀਆਂ ਤਰੰਗਾਂ ਨੂੰ ਮਾਣਦੇ ਹੋਏ ਜੁੜੇ ਨੇ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾ ਦਾ ਸਵਾਗਤ ਕਰਦਾ। ਅੱਜ 5 ਜੂਨ ਸਨ 2022 ਐਤਵਾਰ ਦੀ ਸਵੇਰ ਦਾ ਇਹ ਪ੍ਰੋਗਰਾਮ ਹੈ। ਆਪ ਸਭ ਸੱਜਣਾ ਦਾ ਸਵਾਗਤ। ਸੋਮਵਾਰ ਤੋਂ ਸ਼ਨੀਵਾਰ ਸਵੇਰੇ 6 ਤੋਂ 8 ਤੇ ਸ਼ਾਮ ਨੂੰ 7:30 ਤੋਂ 9:30 ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ। ਐਤਵਾਰ ਨੂੰ ਕਦੇ ਕਦੇ ਵਿਸ਼ੇਸ਼ ਪ੍ਰੋਗਰਾਮ ਕਰੀਦਾ ਕਿਉਂਕਿ ਪੰਜਾਬ ਦੀ ਸਿਆਸਤ ਦੇ ਵਿੱਚ ਜਾਂ ਪੰਜਾਬ ਦੇ ਸਰੋਕਾਰਾਂ ਦੇ ਵਿੱਚ ਉਚੇਚਾ ਫੇਰ ਬਦਲ ਹੋ ਰਿਹਾ। ਇਸ ਸੰਬੰਧੀ ਜ਼ਰੂਰ ਸੀ ਕਿ ਆਪਣੇ ਜਜ਼ਬਾਤ ਖਿਆਲਾਤ ਮੈਂ ਤੇ ਐਡਵੋਕੇਟ ਸੁਰਿੰਦਰ ਸਿੰਘ ਜੀ ਤੁਹਾਡੇ ਨਾਲ ਸਾਂਝੇ ਕਰੀਏ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਅਹਿਮ ਮਸਲਿਆਂ ਤੇ ਚਰਚਾ ਕਰਦੇ ਹਾਂ ਤੇ ਹਮੇਸ਼ ਦੀ ਤਰ੍ਹਾਂ ਆਪਣੇ ਨਾਲ ਜੁੜੇ ਨੇ ਐਡਵੋਕੇਟ ਸੁਰਿੰਦਰ ਸਿੰਘ। ਸੁਰਿੰਦਰ ਸਿੰਘ ਬਾਈ ਜੀ ਸਵਾਗਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮਿਹਰਬਾਨੀ ਜੀ। ਮਿਹਰਬਾਨੀ। ਸੁਰਿੰਦਰ ਬਾਈ ਜੀ, ਜਿਸ ਤਰ੍ਹਾਂ ਦੇ ਸਰਕਮਸਟੈਂਸ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਸਿਆਸਤ ਦੇ ਸਮਾਜਿਕ ਸਰੋਕਾਰਾਂ ਦੇ ਬਣ ਰਹੇ ਨੇ, ਇੱਕ ਪਾਸੇ ਤੁਸੀਂ ਵੇਖੋ ਕਿ ਧਰਤੀ ਤੇ ਜੰਨਤ ਜਹੰਨਮ ਬਣ ਰਿਹਾ। ਕਸ਼ਮੀਰ ਦੇ ਵਿੱਚ ਕਸ਼ਮੀਰੀ ਪੰਡਤ ਬ੍ਰਾਹਮਣ ਭਾਈਚਾਰਾ ਜਿਹੜੇ ਬੜੇ ਇੰਟਲੈਕਚੁਅਲ ਲੋਕ ਨੇ ਉਹਨਾਂ ਦੀਆਂ ਹੱਤਿਆਵਾਂ ਦਰ ਹੱਤਿਆਵਾਂ ਹੋ ਰਹੀਆਂ ਨੇ। ਉਸ ਸੰਬੰਧੀ ਉਸ ਦੇ ਵਿੱਚ ਮੁਤਲਕ ਜਦੋਂ ਕਿ ਉੱਥੇ ਰਾਸ਼ਟਰਪਤੀ ਰਾਜ ਹੈ ਤੇ ਸਿੱਧੀ ਉਹਨਾਂ ਹੱਤਿਆਵਾਂ ਦੇ ਲਈ ਲਾਪਰਵਾਹ ਜਾਂ ਜ਼ਿੰਮੇਵਾਰ ਮੋਦੀ ਸਰਕਾਰ ਹੈ। ਇੱਕ ਪਾਸੇ ਉਹ ਪ੍ਰਸੰਗ ਆਉਂਦਾ ਹੈ ਜਿਸ ਦੌਰਾਨ ਸੁਰਿੰਦਰ ਵੀਰ ਜੀ ਜਦੋਂ ਇਹ ਵੈਸੇ ਪ੍ਰਸੰਗ ਵੇਖਣ ਯੋਗ ਹੈ, ਡਿਸਕਵਰੀ ਆਫ ਇੰਡੀਆ ਪੰਡਤ ਨਹਿਰੂ ਦੀ ਕਿਤਾਬ ਸੀ, ਪੰਜਾਬੀ 'ਚ ਵੀ ਛਪੀ ਹੈ ਤੇ ਉਸ ਤੇ ਵੀਡੀਓ ਬਣੀਆਂ ਨੇ ਬਹੁਤ ਕਮਾਲ ਦੀਆਂ, ਦੂਰਦਰਸ਼ਨ ਤੇ ਚੱਲੀਆਂ ਨੇ, ਡਿਸਕਵਰੀ ਆਫ ਇੰਡੀਆ ਤੇ ਭਾਰਤ ਇੱਕ ਖੋਜ ਦੇ ਨਾਂ ਤੇ ਇਹ 40-50 ਐਪੀਸੋਡ ਨੇ, ਜ਼ਰੂਰ ਵੇਖੋ। ਉਸ ਦੇ ਵਿੱਚ ਇੱਕ ਪ੍ਰਸੰਗ ਦਾ ਫਿਲਮਾਂਕਣ ਹੈ ਕਿ ਇੱਕ ਬ੍ਰਾਹਮਣ ਦੇ ਪੁੱਤਰ ਦੀ ਕਿਸੇ ਕਾਰਨਵਸ਼ ਬਿਮਾਰੀ ਨਾਲ ਮੌਤ ਹੋ ਜਾਂਦੀ ਹੈ ਤੇ ਉਸ ਦੇ ਲਈ ਉਹ ਜ਼ਿੰਮੇਵਾਰ ਸਮਝਦਾ ਹੈ ਕਿਸੇ ਸ਼ੂਦਰ ਨੂੰ ਕਿ ਕੋਈ ਸ਼ੂਦਰ ਜਿਹੜਾ ਵੇਦਾਂ ਦਾ ਪਾਠ ਕਰ ਰਿਹਾ ਉਸ ਦੇ ਕਾਰਨ ਉਸ ਦੇ ਪੁੱਤਰ ਦੀ ਮੌਤ ਹੋਈ ਹੈ। ਸੋ ਬ੍ਰਹਮ ਹੱਤਿਆ ਜਾਣੀ ਕਿ ਬਹੁਤ ਵੱਡਾ ਪਾਪ ਹੁੰਦਾ ਹੈ। ਤੇ ਕੁਲਵੀਰ ਸਿੰਘ ਕੌੜਾ ਦੀ ਕਿਤਾਬ 'ਚ ਵੀ ਹੈ ਕਿ ਜਦੋਂ ਬੁੱਧ ਧਰਮ ਪੈਦਾ ਹੁੰਦਾ ਉਦੋਂ ਵੀ ਇੱਕ ਬ੍ਰਾਹਮਣ ਜਿਹੜਾ ਰਾਜ ਸੱਤਾ ਦੇ ਵਿੱਚ ਸੀ, ਉਸ ਬ੍ਰਾਹਮਣ ਨੇ ਰਾਣੀ ਦੇ ਨਾਲ ਦੁਰਵਿਵਹਾਰ ਕੀਤਾ ਤੇ ਉਸਦੀ ਅਗਰ ਉਹ ਹੱਤਿਆ ਕਰਦੇ ਤਾਂ ਬ੍ਰਹਮ ਹੱਤਿਆ ਦਾ ਦੋਸ਼ ਲੱਗਣਾ ਸੀ। ਪਰ ਫਿਰ ਬੁੱਧ ਦੇ ਦਾਦਾ ਨੇ ਅਹਿਦ ਕਰ ਲਿਆ ਕਿ ਇਸ ਅਖੌਤੀ ਪੁਜਾਰੀਵਾਦ ਨੂੰ ਬ੍ਰਾਹਮਣ ਕੋਈ ਕਮਿਊਨਿਟੀ ਨਹੀਂ, ਮੈਂ ਇੱਥੇ ਕਹਿ ਰਿਹਾ ਬ੍ਰਾਹਮਣ ਉਹ ਪੁਜਾਰੀ ਹੈ ਜਿਹੜਾ ਧਰਮ ਨੂੰ ਆਪਣੇ ਮਫਾਦ ਲਈ ਵਰਤਦਾ, ਬ੍ਰਹਮ ਦਾ ਗਿਆਨ ਹੋਣ ਦਾ ਝੂਠਾ ਦਾਵਾ ਕਰਦਾ। ਇੱਥੇ ਬ੍ਰਾਹਮਣ ਸਮੁੱਚੀ ਕਮਿਊਨਿਟੀ ਨਹੀਂ, ਇਹ ਗੱਲ ਕਲੀਅਰ ਕਰ ਲਿਓ। ਬ੍ਰਾਹਮਣ ਅੱਛੇ ਵੀ ਬਹੁਤ ਨੇ ਪਰ ਬ੍ਰਾਹਮਣਾਂ ਦੇ ਵਿੱਚ ਜਿਹੜਾ ਕੁਛ ਮਨੂਵਾਦੀ ਪੁਜਾਰੀ ਵਰਗਾ ਜਿਹੜਾ ਮਫਾਦੀ ਹੈ, ਜਿਹੜਾ ਧਰਮ ਦਾ ਮਿਸਯੂਜ਼ ਕਰਦਾ, ਉਹ ਮਾੜਾ ਹੈ। ਇਸ ਕਰਕੇ ਬ੍ਰਹਮ ਹੱਤਿਆ ਉਦੋਂ ਵੀ ਪਾਪ ਸਮਝੀ। ਉਸਨੇ ਇਸ ਅਖੌਤੀ ਬ੍ਰਾਹਮਣਵਾਦ ਦੇ ਖਿਲਾਫ ਆਪਣੇ ਪੋਤਰੇ ਬੁੱਧ ਨੂੰ ਇੰਨਾ ਤਾਕਤਵਰ ਬਣਾਇਆ ਕਿ ਉਸਨੇ ਅਖੌਤੀ ਬ੍ਰਾਹਮਣਵਾਦ ਦੀਆਂ ਨੀਹਾਂ ਹਿਲਾਈਆਂ। ਇਹ ਕੁਲਵੀਰ ਸਿੰਘ ਕੌੜਾ ਆਪਣੀ ਕਿਤਾਬ 'ਚ ਜ਼ਿਕਰ ਕਰਦੇ ਨੇ। ਪਰ ਆਖਰ ਨੂੰ ਉਹ ਬੁੱਧ ਧਰਮ ਫਿਰ ਮਨੂਵਾਦ ਦੀ ਭੇਟ ਚੜ੍ਹ ਗਿਆ। ਇੰਡੀਆ 'ਚੋਂ ਖਤਮ ਹੈ, ਵਿਦੇਸ਼ਾਂ 'ਚ ਸਫਲ ਹੈ, ਸਕਸੈਸ ਹੈ ਤੇ ਮੌਲ ਰਿਹਾ। ਦੂਸਰਾ ਬ੍ਰਹਮ ਹੱਤਿਆ ਦਾ ਜਿਹੜਾ ਮਾਮਲਾ ਸੀ, ਕਿਉਂਕਿ ਬਹੁਤ ਮਾੜਾ ਸਮਝਿਆ ਜਾਂਦਾ, ਬ੍ਰਹਮ ਹੱਤਿਆ ਘੋਰ ਪਾਪ ਸਮਝਿਆ ਜਾਂਦਾ ਕਿਸੇ ਵੀ ਰਾਜ ਸੱਤਾ ਦੇ ਵਿੱਚ ਹੋਵੇ। ਅੱਜ ਅਫਸੋਸ ਕਿ ਕਹਿਣ ਨੂੰ ਬ੍ਰਹਮ ਜਮਾਤ ਕਹਾਉਂਦੀ RSS ਦਾ ਰਾਜ ਹੈ ਤੇ ਉਸ ਦੌਰਾਨ ਵੀ ਬ੍ਰਹਮ ਹੱਤਿਆਵਾਂ ਹੋ ਰਹੀਆਂ ਨੇ। ਕਸ਼ਮੀਰ ਦੇ ਵਿੱਚ ਪੰਡਤਾਂ ਦੀਆਂ ਲਗਾਤਾਰ ਹੱਤਿਆਵਾਂ ਹੋ ਰਹੀਆਂ ਨੇ, ਉਹਨਾਂ ਨੂੰ ਬਲੀ ਦੇ ਬੱਕਰੇ ਬਣਾਇਆ ਜਾ ਰਿਹਾ। ਇਸ ਸੰਬੰਧੀ ਅੱਜ ਕੋਈ ਬ੍ਰਹਮ ਹੱਤਿਆ ਦਾ ਜ਼ਿਕਰ ਨਹੀਂ ਕਰਦਾ। ਜੇ ਦੋਸ਼ ਹੈ ਤਾਂ ਉਹ ਇੱਕ ਕਮਿਊਨਿਟੀ ਵਿਸ਼ੇਸ਼ ਦੇ ਲੋਕਾਂ ਤੇ ਦੋਸ਼ ਹੈ ਕਿ ਇਹ ਅੱਤਵਾਦੀ ਬ੍ਰਾਹਮਣਾਂ ਦੀਆਂ ਹੱਤਿਆਵਾਂ ਕਰ ਰਹੇ ਨੇ। ਪਰ ਜਿਹੜੀ ਰਾਜ ਸੱਤਾ ਦੇ ਵਿੱਚ ਸਰਕਾਰ ਹੈ ਉਹ ਇਹਨਾਂ ਬ੍ਰਹਮ ਹੱਤਿਆਵਾਂ ਲਈ ਜ਼ਿੰਮੇਵਾਰ ਨਹੀਂ ਹੈ। ਅਫਸੋਸ ਇਸ ਦੀ ਗੱਲ ਦਾ ਕਿ ਇੱਕ ਵੀ ਬ੍ਰਾਹਮਣ ਨੇ ਜਾਂ ਇੱਕ ਵੀ ਕਿਸੇ ਵਿਅਕਤੀ ਨੇ ਇਹ ਨਹੀਂ ਕਿਹਾ ਕਿ ਅੱਜ ਬ੍ਰਹਮ ਹੱਤਿਆਵਾਂ ਹੋ ਰਹੀਆਂ ਨੇ ਤਾਂ ਉਸ ਦੇ ਲਈ ਕੀ ਰਾਜ ਪ੍ਰਬੰਧ ਜ਼ਿੰਮੇਵਾਰ ਨਹੀਂ ਹੈ। ਸ਼੍ਰੀ ਰਾਮ ਦਾ ਪ੍ਰਸੰਗ ਵੀ ਡਿਸਕਵਰੀ ਆਫ ਇੰਡੀਆ ਭਾਰਤ ਇੱਕ ਖੋਜ ਦੇ ਵਿੱਚ ਆਉਂਦਾ ਹੈ ਕਿ ਇੱਕ ਬ੍ਰਾਹਮਣ ਦੇ ਪੁੱਤਰ ਦੀ ਮੌਤ ਹੋਣ ਤੋਂ ਬਾਅਦ ਤੇ ਉਸ ਦਾ ਜਿਹੜਾ ਪ੍ਰਕੋਪ ਹੈ ਉਹ ਇੱਕ ਸ਼ੰਭੂਕ ਰਿਸ਼ੀ ਨੂੰ ਜਾਂ ਇੱਕ ਹੋਰ ਧਾਰਮਿਕ ਰਿਸ਼ੀ ਨੂੰ ਝੱਲਣਾ ਪੈਂਦਾ। ਪਰ ਅਫਸੋਸ ਹੈ ਕਿ ਬ੍ਰਹਮ ਹੱਤਿਆਵਾਂ ਹੋ ਰਹੀਆਂ ਨੇ। 177 ਦੇ ਕਰੀਬ ਤਬਾਦਲੇ ਕਰ ਦਿੱਤੇ ਗਏ ਕਿ ਇਹਨਾਂ ਕਸ਼ਮੀਰੀ ਪੰਡਤ ਬ੍ਰਾਹਮਣ ਭਾਈਚਾਰੇ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਨਿਯੁਕਤ ਕੀਤਾ ਜਾਵੇ, ਪਰ ਹੋਇਆ ਕੁਝ ਨਹੀਂ। ਪਰ ਇਹਨਾਂ ਦੇ ਤਬਾਦਲਿਆਂ ਦੀ ਸੂਚੀ ਲੀਕ ਹੋ ਗਈ ਹੈ। ਇਸ ਦੇ ਲਈ ਕਸ਼ਮੀਰ ਸਰਕਾਰ, ਗਵਰਨਰ ਰਾਜ, ਭਾਰਤ ਸਰਕਾਰ ਜ਼ਿੰਮੇਵਾਰ ਹੈ, ਪਰ ਕੋਈ ਉਜ਼ਰ ਨਹੀਂ ਹੋ ਰਿਹਾ। ਇਹ ਸੂਚੀ WhatsApp ਤੇ ਸੋਸ਼ਲ ਮੀਡੀਆ ਤੇ ਲੀਕ ਹੈ ਕਿ ਕਿਹੜਾ ਕਿਹੜਾ ਬ੍ਰਾਹਮਣ ਭਾਈਚਾਰੇ ਦਾ ਵਿਅਕਤੀ ਕਸ਼ਮੀਰੀ ਪੰਡਤ ਕਿੱਥੇ ਨਿਯੁਕਤ ਕੀਤਾ ਗਿਆ। ਇਹ ਸੂਚੀ ਜਨਤਕ ਹੋ ਗਈ ਹੈ। ਜੇ ਪੰਜਾਬ ਦੇ ਵਿੱਚ ਮੂਸੇਵਾਲੇ ਦੀ ਸਿਕਿਉਰਿਟੀ ਨੂੰ ਲੈ ਕੇ ਚਿੰਤਾਵਾਂ ਨੇ, ਪਰ ਇਹ ਜਿਹੜੀਆਂ ਹੁਣ ਉਹਨਾਂ ਵਿਅਕਤੀ ਜਿਹੜੇ ਕਿ ਮੌਤ ਦੇ ਕਗਾਰ ਦੇ ਵੱਲ ਧੱਕੇ ਜਾ ਰਹੇ ਨੇ ਸਿਆਸਤ ਵਿੱਚ, ਉਹਨਾਂ ਦੀਆਂ ਅਗਰ ਅਪੁਆਇੰਟਮੈਂਟ ਹੋਈਆਂ ਨੇ, ਉਹਨਾਂ ਦੀ ਸੂਚੀ ਲੀਕ ਹੋਈ ਹੈ ਤੇ ਇਸ ਦੇ ਲਈ ਕੀ
ਭਾਰਤ ਸਰਕਾਰ ਰਾਸ਼ਟਰਪਤੀ ਰਾਜ ਕਸ਼ਮੀਰ ਦਾ ਜ਼ਿੰਮੇਵਾਰ ਨਹੀਂ ਹੈ, ਪਰ ਕੋਈ ਸਵਾਲ ਨਹੀਂ ਹੈ। ਇਸ ਸਿਲਸਿਲੇ ਵਿੱਚ ਜੋ ਕੁਝ ਕਸ਼ਮੀਰ ਘਾਟੀ ਦੇ ਵਿੱਚ ਹੋ ਰਿਹਾ ਹੈ ਤੇ ਉਹਦੇ ਇਹ ਵੀ ਗੱਲਾਂ ਆ ਰਹੀਆਂ ਨੇ ਕਿ ਉਹਨਾਂ ਨੂੰ ਜਬਰੀ ਉੱਥੇ ਨਿਯੁਕਤ ਕੀਤਾ ਗਿਆ ਕਿ ਨੌਕਰੀ ਦਾ ਫਾਇਦਾ ਤੁਹਾਨੂੰ ਤਾਂ ਮਿਲੇਗਾ ਜੇ ਤੁਸੀਂ ਕਸ਼ਮੀਰ 'ਚ ਜੌਬ ਕਰੋਗੇ, ਪਰ ਉਹਨਾਂ ਦੀ ਸੁਰੱਖਿਆ ਕੋਈ ਨਹੀਂ। ਖੱਟੜ ਸਰਕਾਰ ਜਿਹੜੀ ਹਿੰਦੂਤਵ ਦਾ ਰੋਣਾ ਰੋਂਦੀ ਹੈ, ਹਿੰਦੂਆਂ ਦੀ ਹਤੈਸ਼ੀ ਕਹਾਉਂਦੀ ਹੈ, ਉਹਨੂੰ ਸੁਪਰੀਮ ਕੋਰਟ ਨੇ ਤਾੜਿਆ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਖਿਆ ਕਿ ਹਰਿਆਣਾ ਦੇ ਵਿੱਚ ਜਿਹੜੇ ਕਸ਼ਮੀਰੀ ਪੰਡਤਾਂ ਨੂੰ ਪਲਾਟ ਮਿਲੇ ਨੇ ਉਹਨਾਂ ਦਾ ਹਰਿਆਣਾ ਸਰਕਾਰ ਕਬਜ਼ਾ ਨਹੀਂ ਦੇ ਰਹੀ। ਤੇ ਕਹਿਣ ਨੂੰ ਇਹ ਹੇਜਲੀ ਹੈ ਪਰ ਫੱਫੇ ਕੁੱਟਣੀ ਹੈ। ਕਿਵੇਂ ਵੇਖਦੇ ਹੋ ਕਸ਼ਮੀਰ ਦੇ ਵਿੱਚ ਜੋ ਕੁਛ ਹੋ ਰਿਹਾ? ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੀ ਗੱਲ ਕਰਾਂਗੇ, ਸੰਖੇਪ 'ਚ ਗੱਲਾਂ ਕਰਾਂਗੇ। ਜੀ ਸੁਰਿੰਦਰ ਵੀਰ, ਕੰਟੀਨਿਊ ਪਲੀਜ਼। ਦੇਖੋ, ਪਹਿਲਾਂ ਤੇ ਇਹ ਸੀ ਕਿ ਉੱਥੇ ਕਹਿ ਦਿੰਦੇ ਸੀ ਕਦੀ ਨੈਸ਼ਨਲ ਕਾਨਫਰੰਸ ਦੀ, ਕਦੀ PDP ਦੀ ਸਰਕਾਰ ਆ ਤੇ ਕਦੀ ਕਾਂਗਰਸ ਦੀ ਸਰਕਾਰ। ਇਹ ਦੋਸ਼ ਅੱਜ ਤੱਕ ਲੱਗਦੇ ਰਹੇ ਸੀ ਤੇ ਇਹ ਵੀ ਕਹਿ ਦਿੱਤਾ ਜਾਂਦਾ ਸੀ ਕਦੀ ਸ਼ੇਖ ਅਬਦੁੱਲਾ ਰਿਹਾ ਸੀ, ਕਦੀ ਫਾਰੂਕ ਅਬਦੁੱਲਾ ਤੇ ਕਦੀ ਉਮਰ ਅਬਦੁੱਲਾ। 3 ਪੀੜ੍ਹੀਆਂ ਦੀ ਗੱਲ ਹੁੰਦੀ ਸੀ ਤੇ ਰਾਜ ਭਾਗ ਉਹਨਾਂ ਕੋਲ ਰਿਹਾ ਸੀਗਾ। ਤੇ ਉੱਥੇ ਮਹਿਬੂਬਾ ਮੁਫਤੀ ਵੀ ਰਹੀ ਆ, ਉਹਦੇ ਕੋਲ ਵੀ ਰਾਜ ਭਾਗ ਰਿਹਾ ਤੇ ਗੁਲਾਮ ਨਬੀ ਆਜ਼ਾਦ ਕੋਲ ਕਾਂਗਰਸ ਵੱਲੋਂ ਵੀ ਰਿਹਾ। ਇਹ ਦੋਸ਼ ਲੱਗਦੇ ਆਏ ਅੱਜ ਤੱਕ, ਪਰ ਹੁਣ ਤਾਂ ਰਾਸ਼ਟਰਪਤੀ ਰਾਜ ਆ। ਹੁਣ ਤਾਂ ਧਾਰਾ 370 ਤੋੜ ਦਿੱਤੀ ਆ, 35A ਤੋੜ ਦਿੱਤੀ ਆ। ਤੁਸੀਂ ਲਦਾਖ ਅਲੱਗ ਕਰ ਦਿੱਤਾ, ਬਾਕੀ ਜਿਹੜਾ ਉਹਨੂੰ ਯੂਟੀ ਬਣਾਤਾ। ਯੂਟੀ ਬਣਾ ਕੇ ਕੇਵਲ ਤੇ ਕੇਵਲ ਉੱਥੇ ਅਸੈਂਬਲੀ ਆ, ਲੇਕਿਨ ਗਵਰਨਰ ਦੀ ਜਗ੍ਹਾ ਲੈਫਟੀਨੈਂਟ ਗਵਰਨਰ ਕਰ ਦਿੱਤਾ ਤੇ ਪਾਵਰਾਂ ਜਿਹੜੀਆਂ ਉਹ ਅਸੈਂਬਲੀ ਦੀਆਂ ਘਟਾ ਦਿੱਤੀਆਂ। ਤੁਸੀਂ ਉੱਥੇ ਸੀਟਾਂ ਜੰਮੂ ਦੀਆਂ ਵਧਾ ਦਿੱਤੀਆਂ ਤੇ ਕਸ਼ਮੀਰ ਦੀਆਂ ਘਟਾ ਦਿੱਤੀਆਂ। ਉਹ ਵੀ ਸਭ ਦੇ ਸਾਹਮਣੇ। ਰਾਸ਼ਟਰਪਤੀ ਰਾਜ ਦਾ ਮਤਲਬ ਹੁੰਦਾ ਸਿੱਧਾ ਕੇਂਦਰ ਦਾ ਰਾਜ। ਜੇ ਕੇਂਦਰ ਦੇ ਰਾਜ ਦੇ ਬਾਵਜੂਦ ਇਹ ਕੁਝ ਹੋ ਰਿਹਾ ਕਿ ਤੁਸੀਂ ਕੇਵਲ ਤੇ ਕੇਵਲ ਇੱਕ ਧਰਮ ਦੇ ਲੋਕਾਂ ਨੂੰ ਉੱਥੇ ਨਿਯੁਕਤ ਕੀਤਾ ਉਹਨਾਂ ਦੀ ਰੱਖਿਆ ਦੇ ਲਈ, ਤੇ ਉਹ ਵਿਅਕਤੀ ਕਹਿੰਦੇ ਜੋ ਸਾਡੀ ਸੁਰੱਖਿਆ ਨਹੀਂ ਤੇ ਅਸੀਂ ਇੱਥੇ ਨੌਕਰੀ ਕਿਉਂ ਕਰੀਏ। ਫਿਰ ਦੂਸਰੀ ਗੱਲ, ਉਹਨਾਂ ਦੇ ਕੀਤੇ ਤਬਾਦਲਿਆਂ ਦੀ ਸੂਚੀ ਜਿਹੜੀ ਉਹ ਜਨਤਕ ਹੋ ਗਈ ਤੇ ਕਸੂਰਵਾਰ ਕੌਣ ਆ? ਕੇਂਦਰ ਸਰਕਾਰ ਆ ਤੇ ਜਾਂ ਉੱਥੇ ਜਿਹੜਾ ਲੈਫਟੀਨੈਂਟ ਗਵਰਨਰ ਆ ਉਹ ਜ਼ਿੰਮੇਵਾਰ। ਤੇ ਉਹਨਾਂ ਨੇ ਕਿਸ ਹੈਸੀਅਤ ਦੇ ਵਿੱਚ ਤੇ ਕਿਹਨੇ ਉਹ ਸੂਚੀ ਜਿਹੜੀ ਆ ਉਹ ਜਨਤਕ ਕੀਤੀ ਆ? ਤਬਾਦਲੇ ਕਰ ਦਿੱਤੇ। ਜਦੋਂ ਕੋਈ ਸੈਂਸਿਟਿਵ ਇਸ਼ੂ ਹੁੰਦਾ ਤੇ ਬਹੁਤ ਗੁਪਤ ਰੱਖਿਆ ਜਾਂਦਾ, ਪਰ ਕਹਿਣਾ ਬੜਾ ਸੌਖਾ। ਕੇਵਲ ਤੇ ਕੇਵਲ ਕਸ਼ਮੀਰੀ ਪੰਡਤਾਂ ਦੇ ਸਿਰ ਦੇ ਉੱਪਰ ਪੂਰੇ ਭਾਰਤ 'ਚ ਰਾਜ ਕਰਨ ਦੀ ਕਵਾਇਤ ਜਿਹੜੀ ਉਹ ਚੱਲ ਰਹੀ ਆ ਕਿ ਕਸ਼ਮੀਰ ਦੀ ਸਥਿਤੀ ਜਿਉਂ ਦੀ ਤਿਉਂ ਬਣੀ ਰਵੇ, ਲੋਕ ਇੱਕ ਦੂਸਰੇ ਨੂੰ ਮਾਰਦੇ ਰਹਿਣ, ਖੂਨ ਦੇ ਪਿਆਸੇ ਬਣੇ ਰਹਿਣ, ਆਪਸ 'ਚ ਲੜਨ ਭੇੜਨ, ਜੋ ਮਰਜ਼ੀ ਕਰਨ, ਲੇਕਿਨ ਸਾਨੂੰ ਇਹਦੇ ਸਿਰ ਤੇ ਭਾਰਤ 'ਚ ਰਾਜ ਚਾਹੀਦਾ। ਪਹਿਲਾਂ ਪੰਜਾਬ ਨਾਲ ਵੀ ਇਹੀ ਕੁਝ ਕਰਦੇ ਰਹੇ, ਹੁਣ ਜੰਮੂ ਕਸ਼ਮੀਰ ਨਾਲ ਕਰਦੇ। ਕੇਵਲ ਇੱਕ ਸੂਬਾ ਚੁਣ ਲੈਣਾ, ਉਹ ਸੂਬੇ 'ਚ ਜਿਹੜੀ ਘੱਟ ਗਿਣਤੀ ਉੱਥੇ ਬਹੁਤ ਗਿਣਤੀ 'ਚ ਆ ਉਹਨਾਂ ਨੂੰ ਟਾਰਗੇਟ ਕਰਨਾ, ਟਾਰਗੇਟ ਕਰਕੇ ਸਾਰਾ ਦੋਸ਼ ਉਹਨਾਂ ਦੇ ਸਿਰ ਮੜਨਾ ਤੇ ਮੜ ਕੇ ਪੂਰੇ ਦੇਸ਼ 'ਚ ਰਾਜ ਕਰਨਾ। ਇਹੀ ਕੋ ਕਾਂਗਰਸ ਨੇ ਕੀਤਾ, ਉਹੀ ਕੁਛ ਹੁਣ BJP ਕਰ ਰਹੀ ਹੈ। ਫਰਕ ਤਾਂ ਦੋਵਾਂ 'ਚ ਕੁਛ ਨਹੀਂ ਹੈ। ਉੱਥੇ ਵੀ ਕਹਿੰਦੇ ਕਸ਼ਮੀਰੀ ਪੰਡਤਾਂ ਨਾਲ ਬੜਾ ਧੱਕਾ ਹੋ ਰਿਹਾ ਤੇ ਇੱਥੇ ਵੀ ਕਹਿੰਦੇ ਕਸ਼ਮੀਰੀ ਪੰਡਤਾਂ ਨਾਲ ਬੜਾ ਧੱਕਾ ਹੋ ਰਿਹਾ, ਪਰ ਗਵਰਨਰ ਰੂਲ ਹੈ, ਧੱਕਾ ਕੌਣ ਕਰ ਰਿਹਾ? ਕੀ ਇਹਦਾ ਜਵਾਬ ਹੈਗਾ? ਤੁਸੀਂ ਖੱਟੜ ਸਰਕਾਰ ਦੀ ਗੱਲ ਕੀਤੀ, ਪੰਜਾਬ 'ਚ ਵੀ 1984 ਜਿਹੜਾ ਨਵੰਬਰ ਕਤਲੇਆਮ ਸੀ, ਉਹਦੇ ਜਿਹੜੇ ਪੀੜਤ ਸੀ ਉਹ ਆਏ ਸੀਗੇ। ਪਲਾਟ ਤਾਂ ਇੱਥੇ ਵੀ ਦਿੱਤੇ ਗਏ, ਫਲੈਟ ਬਣਾ ਕੇ ਵੀ ਦਿੱਤੇ ਗਏ, ਚਲੋ ਵਾਵੇਲਾ ਵੀ ਹੁੰਦਾ ਰਿਹਾ, ਬਹੁਤ ਕੁਛ ਹੁੰਦਾ ਰਿਹਾ, ਪਰ ਦਿੱਤੇ ਗਏ, ਕਬਜ਼ੇ ਦਿੱਤੇ ਗਏ। ਬਕਾਇਦਾ ਉਹਨਾਂ ਦੀ ਇਹ ਸੀਗਾ ਕਿ ਚਲੋ ਇਹ ਵਿਅਕਤੀ ਉੱਥੋਂ ਤੋਂ ਉੱਜੜ ਕੇ ਆਏ ਆ, ਘੱਟੋ ਘੱਟ ਇੱਥੇ ਆਪਣਾ ਕੋਈ ਨਾ ਕੋਈ ਕੰਮ ਕਾਜ ਚਲਾ ਲੈਣ। ਕੀਤਾ ਗਿਆ, ਉਹਨਾਂ ਦੇ ਬਹਿਣ ਦਾ ਵਸੀਲਾ ਕੀਤਾ ਗਿਆ ਤੇ ਵਸੀਲਾ ਤਾਂ ਬਣਦਾ। ਜਿਹੜਾ ਵਿਅਕਤੀ ਇੱਕ ਜਗ੍ਹਾ ਤੋਂ ਪ੍ਰਵਾਸ ਕਰ ਗਿਆ, ਚਾਹੇ ਉਹ ਮਜਬੂਰੀ 'ਚ ਕਰਕੇ ਆਇਆ ਤੇ ਚਾਹੇ ਆਪਣੀ ਮਰਜ਼ੀ ਨਾਲ ਕਰਕੇ ਆਇਆ, ਉਹਦੀ ਘੱਟੋ ਘੱਟ ਸੈਟਿੰਗ ਦੀ, ਉਹਦੀ ਉੱਥੇ ਕੰਮ ਕਾਜ ਦੀ, ਉਹਦੀ ਦੇਖਭਾਲ ਦੀ ਜ਼ਿੰਮੇਵਾਰੀ ਤਾਂ ਹਮੇਸ਼ਾ ਸਟੇਟ ਦੀ ਹੁੰਦੀ ਹੈ ਕਿ ਸਾਡੀ ਸਟੇਟ ਕੀ ਆਇਆ। ਪਰ ਹੁਣ ਅੱਜ ਦੋਸ਼ ਕਿਹਤੇ ਦੇਣਗੇ? ਅੱਜ PDP ਤੇ ਦੇਣਗੇ ਜਾਂ ਨੈਸ਼ਨਲ ਕਾਨਫਰੰਸ ਨੂੰ ਦੇਣਗੇ? ਕਿਹਨੂੰ ਦੋਸ਼ ਦੇਣਗੇ? ਜਦੋਂ ਲੰਬੇ ਸਮੇਂ ਤੋਂ ਰਾਸ਼ਟਰਪਤੀ ਰਾਜ ਥੱਲੇ ਜਿਹੜਾ ਉਹ ਜੰਮੂ ਕਸ਼ਮੀਰ ਆ, ਠੀਕ ਹੈ, ਤੁਸੀਂ ਉਹਨੂੰ ਲੰਗੜਾ ਵੀ ਕਰ ਦਿੱਤਾ। ਯਾਨੀ ਕਿ ਕਿਸੇ ਬੰਦੇ ਦੀਆਂ ਲੱਤਾਂ ਤੋੜ ਦੋ, ਤੋੜ ਕੇ ਉਹਦੇ ਸਿਰ ਦੇ ਉੱਤੇ ਡਾਂਗ ਲੈ ਕੇ ਆ ਬੈਠੇ ਹੋ, ਤੇ ਫੇਰ ਵੀ ਜੇ ਕਹਿ ਦੋ ਕਿ ਅਜੇ ਗੜਬੜ ਸੈੱਟ ਨਹੀਂ ਹੋ ਰਹੀ ਤੇ ਫਿਰ ਦੋਸ਼ੀ ਕੌਣ ਆ?
ਫਿਰ ਤਾਂ ਦੋਸ਼ੀ ਜਿਹਨੇ ਲੱਤਾਂ ਤੋੜੀਆਂ ਤੇ ਜਿਹੜਾ ਡਾਂਗ ਲੈ ਕੇ ਬੈਠਾ ਰਾਜ ਕਰ ਰਿਹਾ, ਫਿਰ ਦੋਸ਼ੀ ਉਹ ਗਿਣਿਆ ਜਾਊਗਾ। ਸੋ ਇਸ ਕਰਕੇ ਜਿਹੜੀਆਂ ਸਰਕਾਰਾਂ ਨੇ ਇਹ ਧਰਮਾਂ ਦੇ ਨਾਮ ਤੇ ਵੰਡੀਆਂ ਪਾ ਕੇ ਆਪਣੀਆਂ ਰੋਟੀਆਂ ਸੇਕਦੀਆਂ ਨੇ। ਇਹਨਾਂ ਦਾ ਕਦੀ ਕੋਈ ਮਕਸਦ ਨਹੀਂ ਰਿਹਾ ਕਿਸੇ ਵੀ ਧਰਮ ਦੀ ਰੱਖਿਆ ਕਰਨਾ। ਕੁਛ ਵੀ ਰਾਮ ਜਨਮ ਭੂਮੀ ਕੀ ਹੈ, ਬਾਬਰੀ ਮਸਜਿਦ ਦਾ ਰੌਲਾ ਕੀ ਹੈ? ਰੌਲਾ ਕੁਛ ਨਹੀਂ, ਸਿਰਫ ਉੱਤੇ ਸਿਆਸੀ ਰੋਟੀਆਂ ਦਾ ਰੌਲਾ। ਸਿਆਸੀ ਰੋਟੀਆਂ ਸੇਕਣੀਆਂ ਨੇ, ਸੇਕ ਕੇ ਉਹਦੇ ਸਿਰ ਦੇ ਉੱਤੇ ਸੱਤਾ ਜਿਹੜੀ ਹੰਡਾਉਣੀ ਹੈ, ਹੋਰ ਤਾਂ ਕੁਛ ਵੀ ਨਹੀਂ ਹੈ। ਇਸ ਕਰਕੇ ਜਿਹੜੇ ਬੰਨੇ ਨੂੰ ਭਾਰਤ ਸਰਕਾਰ ਚੱਲੀ ਹੋਈ ਆ ਉਹ ਬਹੁਤ ਹੀ ਸੈਂਸਿਟਿਵ ਇਸ਼ੂ ਨੂੰ ਹੱਥ ਪਾਉਂਦੀ ਆ। ਅਜਿਹੇ ਕੰਗਾਰ ਤੇ ਖੜੀ ਜਿੱਦਾਂ ਰੇਤ ਦੇ ਢੇਰ ਤੇ ਖੜਾ ਵਿਅਕਤੀ ਲੰਬਾ ਸਮਾਂ ਟਿਕ ਨਹੀਂ ਸਕਦਾ ਹੁੰਦਾ, ਉਹ ਹਾਲਤ ਇਸ ਵੇਲੇ ਭਾਰਤ ਸਰਕਾਰ ਦੀ ਆ। ਪੰਜਾਬ ਨੂੰ ਜਿਸ ਤਰੀਕੇ ਦੇ ਨਾਲ ਮਲੀਆ ਮੇਟ ਕਰਨ ਦੀ, ਸਿੱਖਾਂ ਨੂੰ ਖਤਮ ਕਰਨ ਦੀ ਕਾਂਗਰਸ ਨੇ ਸਾਜ਼ਿਸ਼ ਰਚੀ ਸੀ, ਉਹ ਕਾਂਗਰਸ ਅੱਜ ਕੰਗਾਰ ਤੇ ਆ। ਕਾਂਗਰਸ ਦਾ ਨਾਮੋ ਨਿਸ਼ਾਨ ਨਹੀਂ ਦਿਖਾਈ ਦੇ ਰਿਹਾ। ਜਿਹੜੀਆਂ 2 ਸਟੇਟਾਂ ਬਚੀਆਂ ਅਗਲੇ ਸਾਲ ਉਹ ਵੀ 2 ਚਲੀਆਂ ਜਾਣੀਆਂ ਤੇ ਭਾਰਤ ਕਾਂਗਰਸ ਮੁਕਤ ਹੋ ਜਾਣਾ। ਤੇ ਫਿਰ ਕਿਹਨੂੰ ਮੂੰਹ ਦਿਖਾਉਣਾ? ਇਹ ਬੀਜੇਪੀ ਨੂੰ ਸਮਝ ਲੈਣਾ ਚਾਹੀਦਾ। ਜੇ ਇਸੇ ਤਰ੍ਹਾਂ ਚੱਲੇ ਇੱਕ ਦਿਨ ਆਏਗਾ ਕਿ ਬੀਜੇਪੀ ਮੁਕਤ ਵੀ ਭਾਰਤ ਜਿਹੜਾ ਉਹ ਫਿਰ ਹੋਣ ਦੀ ਹਾਲਾਤ ਤੇ ਆ ਜਾਏ। ਜੀ ਸੁਰਿੰਦਰ, ਬਿਲਕੁਲ ਤੁਸੀਂ ਦੁਰਸਤ ਫਰਮਾਇਆ ਸੁਰਿੰਦਰ ਜੀ। ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ। ਹਾਂ, ਤੇ ਇਸ ਦੌਰਾਨ ਕਸ਼ਮੀਰ ਦੀ ਸਿਆਸਤ ਦੇ ਵਿੱਚ ਅੱਜ ਜੇ ਦੇਖਿਆ ਜਾਵੇ ਉਸ ਦੇ ਵਿੱਚੋਂ ਕਿਸੇ ਨਾ ਕਿਸੇ ਦੇ ਕਲੇਜੇ ਨੂੰ ਠੰਡ ਪੈ ਰਹੀ ਹੈ। ਤੇ ਉਧਰ ਜਿਹੜੇ ਪੀੜਤ ਲੋਕ ਨੇ, ਕਸ਼ਮੀਰੀ ਬ੍ਰਾਹਮਣ ਪਰਿਵਾਰ ਲਗਾਤਾਰ ਹਿਜਰਤ ਕਰ ਰਹੇ ਨੇ, ਉਹਦੇ ਬਾਰੇ ਹੁਣ ਜਿਹੜਾ ਦੇਖੋ ਬਲਦੀ ਦੇ ਬੂਥੇ ਦਿੱਤਾ ਜਾ ਰਿਹਾ। ਸ਼ਰੇਆਮ ਇਹ ਬ੍ਰਹਮ ਹੱਤਿਆਵਾਂ ਨੇ, ਪਰ ਪਿਛਲੇ ਸਮੇਂ ਬ੍ਰਹਮ ਹੱਤਿਆ ਕਿੱਡਾ ਘੋਰ ਪਾਪ ਸੀ। ਆ ਜਿਹੜੀ ਪਦਮਾਵਤ ਫਿਲਮ ਆਈ ਸੀ, ਇਹਦਾ ਜੇ ਤੁਸੀਂ ਸਾਰਾ ਇਤਿਹਾਸ ਵੇਖੋ, ਇਹ ਵੀ ਡਿਸਕਵਰੀ ਆਫ ਇੰਡੀਆ ਦੇ ਵਿੱਚ ਆ, ਵੇਖਣਯੋਗ ਐਪੀਸੋਡ ਨੇ ਉਹ। ਉਹਦੇ 'ਚ ਪਦਮਾਵਤ ਜਿਹੜੀ ਖੂਬਸੂਰਤ ਔਰਤ ਸੀ, ਉੱਥੋਂ ਦੀ ਰਾਣੀ ਸੀ, ਉਸ ਦੇ ਨਾਲ ਵੀ ਇੱਕ ਉੱਥੋਂ ਦਾ ਜਿਹੜਾ ਰਾਜ ਪ੍ਰੋਹਿਤ ਸੀ, ਬ੍ਰਾਹਮਣ ਸੀ, ਮੈਨੂੰ ਨਾਂ ਨਹੀਂ ਯਾਦ, ਉਹ ਉਹਦੇ ਤੇ ਮੈਲੀ ਅੱਖ ਰੱਖਦਾ, ਉਹਦੇ ਨਾਲ ਛੇੜਛਾੜ ਕਰਦਾ, ਫੜਿਆ ਜਾਂਦਾ ਹੈ। ਤੇ ਉੱਥੋਂ ਦਾ ਜਿਹੜਾ ਰਾਜਾ ਸੀ ਰਾਜਸਥਾਨ ਦਾ, ਪਦਮਾਵਤ ਦਾ ਪਤੀ, ਉਹ ਉਸਨੂੰ ਬ੍ਰਹਮ ਹੱਤਿਆ ਨਹੀਂ ਕਰਦਾ, ਉਸਨੂੰ ਆਪਣੇ ਇਲਾਕੇ 'ਚੋਂ ਕੱਢ ਦਿੰਦਾ ਕਿ ਜੇ ਬ੍ਰਹਮ ਹੱਤਿਆ ਕੀਤੀ ਘੋਰ ਪਾਪ ਹੋਏਗਾ। ਪਰ ਉਹ ਬ੍ਰਾਹਮਣ ਸੀ ਜਿਹੜਾ, ਉਹ ਜਾ ਕੇ ਅਲਾਉਦੀਨ ਖਿਲਜੀ ਨੂੰ ਉਕਸਾਉਂਦਾ ਕਿ ਜੇ ਔਰਤ ਵੇਖਣੀ ਹੈ ਤਾਂ ਉਹ ਪਦਮਾਵਤ ਹੈ। ਇਹ ਫਿਲਮ 'ਚ ਵੀ ਸਾਰੀਆਂ ਚੀਜ਼ਾਂ ਨੇ। ਪਰ ਹਾਂ, ਹਰ ਕੌਮ ਕਮਿਊਨਿਟੀ ਦੇ ਵਿੱਚ, ਭਾਵੇਂ ਸਿੱਖੀ ਹੈ, ਹਿੰਦੂ ਹੈ, ਮੁਸਲਿਮ, ਬੋਧੀ, ਪਾਰਸੀ, ਈਸਾਈ, ਸਭ ਦੇ ਵਿੱਚ ਚੰਗੇ ਤੇ ਬੁਰੇ ਲੋਕ ਹੁੰਦੇ ਨੇ। ਪਰ ਜਿਸ ਤਰ੍ਹਾਂ ਉਹ ਰਜਨੀ ਬਾਲਾ ਟੀਚਰ ਸੀ ਜਿਹੜੀ ਕਸ਼ਮੀਰੀ ਪੰਡਤ ਪਰਿਵਾਰ 'ਚੋਂ ਸੀ, ਉਹਦਾ ਬੀਤੇ ਦਿਨ ਕਤਲ ਹੋਇਆ, ਰੂਹ ਕੰਬ ਜਾਂਦੀ ਹੈ ਕਿ ਕੀ ਦੋਸ਼ ਹੈ? ਸਿਰਫ ਬ੍ਰਾਹਮਣ ਹੋਣਾ ਹੀ ਗੁਨਾਹ ਹੋ ਗਿਆ? ਕੀ ਦੋਸ਼ ਹੈ ਮੁਸਲਿਮ ਜਾਂ ਸਿੱਖ ਜਾਂ ਹਿੰਦੂ ਹੋਣਾ, ਬੋਧੀ, ਪਾਰਸੀ, ਈਸਾਈ ਹੋਣਾ ਹੀ ਗੁਨਾਹ ਹੋ ਗਿਆ? ਤੁਸੀਂ ਵੇਖੋ ਗ੍ਰਾਹਮ ਸਟੇਨਜ਼ ਤੇ ਉਸਦੇ ਬੱਚਿਆਂ ਨੂੰ ਕਿਵੇਂ ਹਿੰਦੂ ਤਵੀ ਜਥੇਬੰਦੀਆਂ ਨਾਲ ਜੁੜੇ ਵਿਅਕਤੀ ਨੇ ਕੰਧਮਾਲ ਦੇ ਵਿੱਚ, ਉੜੀਸਾ ਦੇ ਵਿੱਚ ਕਿਵੇਂ ਸਾੜਿਆ ਸੀ ਜਿਉਂਦਿਆਂ ਅੱਗ ਦੇ ਵਿੱਚ। ਸਿਰਫ ਈਸਾਈ ਹੋਣਾ ਗੁਨਾਹ ਹੋ ਗਿਆ? ਮਾਨਵਤਾ ਦੀ ਗੱਲ ਕਰਨਾ ਗੁਨਾਹ ਹੋ ਗਿਆ? ਪਰ ਅਸਲ ਦੇ ਵਿੱਚ ਸੁਰਿੰਦਰ ਬਾਈ ਜੀ, ਇਹਦੇ ਪਿੱਛੇ ਸਿਆਸਤ ਆ। ਸਿਆਸਤ ਬੜੀ ਕੋਝੀ ਹੋ ਗਈ ਹੈ। ਪੰਜਾਬ ਦੀ ਸਿਆਸਤ ਵੱਲ ਨੂੰ ਅਗਰ ਆਈਏ ਤੇ ਅੱਜ ਵੀ 2-3 ਨੌਜਵਾਨਾਂ ਦੇ ਧਰਮਕੋਟ ਜਾਂ ਹੋਰ ਇਲਾਕੇ 'ਚ ਓਵਰਡੋਜ਼ ਨਾਲ ਮੌਤ ਹੋਈ ਹੈ, ਸੂਈਆਂ ਬਾਹਾਂ 'ਚ ਲੱਗੀਆਂ ਰਹਿ ਗਈਆਂ ਨੇ। ਤੇ ਮਾਝੇ ਦੇ ਵਿੱਚ 2 ਲੁਟੇਰੇ ਐਕਟਿਵਾ ਖੋਹ ਰਹੇ ਸਨ ਤੇ ਇੱਕ ਬਜ਼ੁਰਗ ਨੇ ਰੋਕ ਦਿੱਤਾ ਤੇ ਉਸ ਬਜ਼ੁਰਗ ਦੀ ਵੀ ਉਹਨਾਂ ਲੁਟੇਰਿਆਂ ਨੇ, ਸਨੈਚਰਾਂ ਨੇ ਗੋਲੀ ਮਾਰ ਦਿੱਤੀ। ਤੇ ਵੱਡਿਆਂ ਵੱਲੋਂ ਵਰਜਣ ਦਾ ਵੀ ਵਕਤ ਨਹੀਂ ਹੈ। ਜਿਸ ਤਰ੍ਹਾਂ ਦੀ ਸਥਿਤੀ ਹੈ, ਆਪਣਾ ਆਪ ਬਚਾ ਕੇ ਲੋਕ ਚੱਲਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਸਿਆਸਤਦਾਨ ਆਪਣਾ ਆਪ ਜ਼ਿਆਦਾ ਹੀ ਬਚਾ ਰਹੇ ਨੇ। ਸਿਮਰਜੀਤ ਸਿੰਘ ਮਾਨ ਪੇਪਰ ਭਰਨ ਆਏ ਨੇ, ਕਹਿੰਦਾ ਮੈਨੂੰ ਕੋਈ ਸਪੋਰਟ ਨਹੀਂ ਸੀ ਕਰਨਾ ਵਿਰੋਧੀ ਆਗੂ, ਇਹ ਤਾਂ ਟਿਚਰਾਂ ਕਰਨ ਆਏ ਸਨ, ਮਜ਼ਾਕਾਂ ਕਰਨ ਆਏ ਸਨ। ਕਿਉਂਕਿ ਜੇਲ੍ਹ ਦੇ ਵਿੱਚ ਬੰਦ ਰਾਜੋਆਣਾ ਦੀ ਭੈਣ ਜਿਹੜੀ ਹੈ ਕਮਲ ਦੀ, ਪਹਿਲਾਂ ਵੀ ਇਲੈਕਸ਼ਨ ਲੜੀ ਹੈ, ਪਹਿਲਾਂ ਉਹਨਾਂ ਨੇ ਮਨਾ ਕੀਤਾ ਸੀ ਤੇ ਆਖਰ ਉਹ ਇਲੈਕਸ਼ਨ 'ਚ ਕੁੱਦ ਗਈ ਹੈ ਬੰਦੀ ਸਿੰਘਾਂ ਦੇ ਮਾਮਲੇ 'ਚ। ਸਿਮਰਜੀਤ ਮਾਨ ਦਾ ਤੁਸੀਂ ਜ਼ਿਕਰ ਵੀ ਕੀਤਾ ਸੀ ਕਿ ਉਹ ਤਾਂ ਕਹਿੰਦਾ ਜਥੇਦਾਰ ਵੀ ਫਿਰ ਬੰਦੀ ਪਰਿਵਾਰਾਂ 'ਚੋਂ ਬਣਾਓ, SGPC ਦਾ ਪ੍ਰਧਾਨ, ਅਕਾਲੀ ਦਲ ਦਾ ਪ੍ਰਧਾਨ ਵੀ ਫਿਰ ਬੰਦੀ ਪੀੜਤਾਂ 'ਚੋਂ ਬਣਾਓ। ਸੋ ਇਹ ਸੈਂਟੀਮੈਂਟ ਕੈਸ਼ ਕੀਤੇ ਜਾ ਰਹੇ ਨੇ। ਇਸ ਦੌਰਾਨ ਰਵੀਪ੍ਰੀਤ ਸਿੱਧੂ ਜਿਹੜਾ ਬੀਤੇ ਦਿਨ ਭਾਜਪਾ 'ਚ ਸ਼ਾਮਲ ਹੋਇਆ ਸੀ, ਉਹ ਸਿੱਧੂ ਮੂਸੇਵਾਲੇ ਦੇ ਪਰਿਵਾਰਕ ਮੈਂਬਰ, ਉਹਦੇ ਪਿਤਾ ਬਲਕੌਰ ਸਿੰਘ ਦੀ ਅਮਿਤ ਸ਼ਾਹ ਦੇ ਨਾਲ ਮੀਟਿੰਗ ਕਰਾਉਂਦਾ। ਇਹ ਭਾਵੇਂ ਇੱਕ ਰਾਜਨੀਤਿਕ ਸੂਹ ਬੂਏ 'ਚੋਂ ਲੋਕੀ ਕੱਢ ਰਹੇ ਸੀ। ਹਾਲਾਂਕਿ ਬਲਕੌਰ ਸਿੰਘ ਨੇ ਪਹਿਲੇ ਝੱਟੇ ਇਸ ਜਵਾਬ ਦੇ ਦਿੱਤਾ ਕਿ ਮੇਰੇ ਪੁੱਤ ਦਾ ਸਿਵਾ ਠੰਡਾ ਨਹੀਂ ਹੋਇਆ, ਚੋਣਾਂ ਕਿੱਥੇ ਸੁੱਝਦੀਆਂ ਨੇ। ਪਰ ਸਿਆਸਤਦਾਨ ਵੀ ਕਿੱਥੇ ਹਟਦੇ ਨੇ, ਉਹਨਾਂ ਨੂੰ ਨਵੀਆਂ ਸੋਝੀਆਂ ਸੁੱਝ ਰਹੀਆਂ ਨੇ। ਤੇ ਇਸ ਦੌਰਾਨ ਪਰਿਵਾਰ ਸਭ ਕੁਝ ਗਵਾ ਗਿਆ, ਇਸ ਤੋਂ ਵੱਡਾ ਹੋਰ ਕੀ ਗਵਾਏਗਾ? ਹੁਣ ਤੇ ਕਹਿਣ ਵੀ ਲੱਗੇ ਕਿ ਮਾਪਿਆਂ ਨੂੰ ਵੀ ਭਾਈ ਨਾਲੇ ਗੋਲੀ ਮਾਰ ਦਿਆ ਕਰੋ, ਕਿਉਂ ਤੜਫਦੇ ਰਹਿਣ। ਹੈ ਵੀ ਕੀ ਸੀ? ਉਹਨਾਂ ਦਾ ਇੱਕ ਪੁੱਤਰ ਸੀ, ਚਲਿਆ ਗਿਆ। ਉਹ ਦੋਨੋਂ ਹਸਬੈਂਡ ਵਾਈਫ ਰਹਿ ਗਏ ਨੇ
कीरने मुक जाणगे, हंझू सुक जाणगे, सिसकियां रुक जाणियां ने। पर जिहड़ी है नबज रुकण तो पहलां होर दर्द इतों वड्डा की हो सकदा है। मेरी लगदा कि सब तो अफसोसनाक तस्वीर सी जे इस इंसीडेंट दी तां ਉਹ ਇਹ ਸੀ ਕਿ ਜਦੋਂ ਅਮਿਤ ਸ਼ਾਹ ਦੇ ਅੱਗੇ ਸਰਦਾਰ ਬਲਕੌਰ ਸਿੰਘ ਹੱਥ ਬੰਨੀ ਬੈਠਾ ਹੈ, ਸਭ ਕੁਝ ਗਵਾ ਲਿਆ, ਫਿਰ ਵੀ ਉਹਨਾਂ ਲੋਕਾਂ ਦੇ ਅੱਗੇ ਹੱਥ ਬੰਨਣੇ ਪੈਂਦੇ ਨੇ ਜਿਹੜੇ ਕਿਤੇ ਨਾ ਕਿਤੇ ਇਸ ਸਾਰੇ ਅਰਾਜਕਤਾ ਲਈ ਜ਼ਿੰਮੇਵਾਰ ਨੇ। ਦੇਸ਼ ਦੇ ਗ੍ਰਹਿ ਮੰਤਰੀ ਨੇ। ਜੇ ਗੁੰਡਾ ਕਲਚਰ ਵੱਧ ਰਿਹਾ ਤਾਂ ਜ਼ਿੰਮੇਵਾਰ ਗ੍ਰਹਿ ਮੰਤਰੀ ਹੈ, ਅਮਿਤ ਸ਼ਾਹ ਨੇ। ਪਰ ਅਫਸੋਸ ਕਿ ਪੀੜਤਾਂ ਨੂੰ ਉਹਨਾਂ ਦੇ ਅੱਗੇ ਹੀ ਹੱਥ ਬੰਨਣੇ ਪੈਂਦੇ ਨੇ। ਇਸ ਸਿਆਸਤ ਦੀ ਸਭ ਤੋਂ ਕੁਝ ਤਸਵੀਰ ਹੈ। 70 ਤੇ ਲੋਕ ਘਰ ਆ ਕੇ ਅਫਸੋਸ ਪ੍ਰਗਟ ਕਰਦੇ ਨੇ। 70 ਵਿਸ਼ਦਾ ਹੀ ਤਾਂ ਹੀ ਹੈ, ਪਰ ਅਫਸੋਸ ਕਿ 70 ਵਾਲਿਆਂ ਨੂੰ ਉੱਠ ਕੇ ਸਿਆਸਤਦਾਨਾਂ ਦੀਆਂ ਦਹਲੀਜ਼ਾਂ ਤੇ ਜਾਣਾ ਪੈਂਦਾ ਹੈ। ਪਰ ਗੱਲ ਇੱਥੇ ਵੀ ਨਹੀਂ ਰੁਕ ਰਹੀ। ਇੱਕ ਹੋਰ ਕਥਿਤ ਕੀਤੀ ਜਾ ਰਹੀ ਹੈ ਕਿ ਸ਼ਾਇਦ ਮੂਸੇਵਾਲੇ ਦਾ ਪਰਿਵਾਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਿਆਸਤ ਦੇ ਵਿੱਚ ਆ ਜਾਵੇ। ਕਿਸੇ ਵੱਡੀ ਪਾਰਟੀ ਵੱਲੋਂ ਡੋਰੇ ਪੈ ਰਹੇ ਨੇ। ਪਰਿਵਾਰ ਕੋਲ ਬਚਿਆ ਵੀ ਕੁਛ ਨਹੀਂ। ਉਹ ਇਨਸਾਫ ਚਾਹੁੰਦੇ ਨੇ। ਇਨਸਾਫ ਦੇ ਲਈ ਉਹ ਦਰ ਜੋਦੜੀਆਂ ਕਰ ਰਹੇ ਨੇ, ਹੱਥ ਬੰਨ੍ਹ ਰਹੇ ਨੇ। ਕੀ ਕਿਤੇ ਪਰਿਵਾਰ ਦੇ ਭੋਲੇਪਨ ਨੂੰ ਇਹ ਸਿਆਸਤ ਕੈਸ਼ ਤਾਂ ਨਹੀਂ ਕਰ ਜਾਏਗੀ? ਮੈਨੂੰ ਤੌਖਲਾ ਹੈ। ਉਮੀਦ ਕਰਦੇ ਹਾਂ ਕਿ ਤੌਖਲਾ ਝੂਠਾ ਹੋਵੇ। ਪਰ ਕੋਸ਼ਿਸ਼ ਹੈ ਇੱਕ ਵੱਡੀ ਪਾਰਟੀ ਦੀ, ਬੀਜੇਪੀ ਦੀ, ਕਿ ਕੋਈ ਸਰਵ ਪ੍ਰਵਾਨਿਤ ਉਮੀਦਵਾਰ ਸੰਗਰੂਰ ਉਤਾਰਿਆ ਜਾਵੇ। ਬੀਜੇਪੀ ਨੇ ਆਪਣੇ ਪੱਤੇ ਅਜੇ ਰੋਕੇ ਹੋਏ ਨੇ। ਕੀ ਪੱਤਾ ਖੇਡ ਸਕਦੇ ਨੇ ਪਤਾ ਨਹੀਂ। ਕੀ ਮਹਿਸੂਸ ਕਰਦੇ ਹੋ ਇਸ ਤੇ ਕਿ ਸਰਬ ਪ੍ਰਵਾਨਿਤ ਉਮੀਦਵਾਰ ਦਾ ਗੁਣਾ ਬੀਜੇਪੀ ਪਾ ਕੇ ਸਾਰਿਆਂ ਨੂੰ ਮਾਤ ਪਾ ਸਕਦੀ ਹੈ ਇਸ ਸ਼ਾਹ ਤੇ ਮਾਤ ਦੀ ਖੇਡ ਦੇ ਵਿੱਚ? ਕਿਉਂਕਿ ਦੂਸਰੇ ਪਾਸੇ ਸ਼ਾਹ ਹੀ ਨੇ। ਜੀ ਸੁਰਿੰਦਰ। ਦੇਖੋ, ਇਹਦੇ 'ਚ ਸਾਰੀਆਂ ਪਾਰਟੀਆਂ ਦਾ ਤਵਾਜ਼ਨ ਜਿਹੜਾ ਸੀ ਉਹ ਡਗਮਗਾ ਗਿਆ। ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਕਰ ਲਈਏ। ਮਨਪ੍ਰੀਤ ਕੌਰ ਦੇ ਹੋਲਡਿੰਗ ਲਾਏ ਗਏ, ਲੇਕਿਨ ਸਿੱਧੂ ਮੂਸੇਵਾਲੇ ਦੀ ਮੌਤ ਨੇ ਸਰਕਮਸਟਾਂਸ ਜਿਹੜੇ ਸੀਗੇ ਉਹ ਪੂਰੇ ਦੇ ਪੂਰੇ ਬਦਲ ਦਿੱਤੇ। ਬਦਲਣ ਤੋਂ ਬਾਅਦ ਇੱਕਦਮ ਆਮ ਆਦਮੀ ਪਾਰਟੀ ਬੈਕਫੁੱਟ ਤੇ ਆਈ ਤੇ ਉਹਨਾਂ ਨੂੰ ਮਨਪ੍ਰੀਤ ਕੌਰ ਨੂੰ ਪਿੱਛੇ ਕਰਨਾ ਪਿਆ। ਤੇ ਇੱਕ ਆਮ ਜਿਹੜਾ ਵਰਕਰ ਸੀ, ਜਿਹੜਾ ਪਹਿਲਾਂ ਅਧਿਆਪਕ ਵੀ ਰਿਹਾ, ਫਿਰ ਪਿੰਡ ਦਾ ਸਰਪੰਚ ਵੀ ਆ, ਨੌਜਵਾਨ ਆ, ਕਿਉਂਕਿ ਉਹਨੇ ਨੌਕਰੀ ਛੱਡੀ ਆ, ਮਾਸਟਰੀ ਕਰਦਾ ਸੀ, ਉਹਨੂੰ ਲਿਆ ਕੇ ਅਖੀਰ ਤਾਰਨਾ ਪੈ ਗਿਆ। ਉਹਨਾਂ ਕਿਹਾ ਕਿ ਜੇਕਰ ਅਸੀਂ ਮਨਪ੍ਰੀਤ ਕੌਰ ਨੂੰ ਤਾਰ ਦਿੱਤਾ, ਸਰਬ ਪ੍ਰਵਾਨਿਤ ਕੋਈ ਵੀ ਦੂਸਰੇ ਬੰਨੇ ਤੋਂ ਕੈਂਡੀਡੇਟ ਆ ਗਿਆ। ਕਿਉਂਕਿ ਉਹਨਾਂ ਨੂੰ ਪਹਿਲਾਂ ਇਹ ਸੀ ਕਿ ਕਿਤੇ ਇਹ ਨਾ ਹੋਵੇ ਕਾਂਗਰਸ, ਅਕਾਲੀ ਦਲ ਤੇ ਬੀਜੇਪੀ ਸਾਰੇ ਆਜ਼ਾਦ ਤੌਰ ਤੇ ਬਲਕੌਰ ਸਿੰਘ ਨੂੰ ਉਤਾਰ ਦਿੱਤਾ ਤੇ ਜੂਥ ਨਾਲ ਖੜ ਜਾਣਾ ਤੇ ਸਾਡਾ ਬੋਰੀ ਬਿਸਤਰਾ ਗੋਲ ਹੋ ਜਾਣਾ। ਇਹ ਚੀਜ਼ ਨੂੰ ਭਾਪਦੇ ਹੋਏ ਉਹਨਾਂ ਨੇ ਪਰਿਵਾਰ ਤੱਕ ਪਹੁੰਚ ਵੀ ਕੀਤੀ, ਉਹਨਾਂ ਨੂੰ ਧਰਵਾਸ ਵੀ ਦਿੱਤਾ ਤੇ ਆਪਣਾ ਕੈਂਡੀਡੇਟ ਵੀ ਚੇਂਜ ਕੀਤਾ। ਇਹ ਸੀਗੀ ਸੈੱਟ ਬੈਕ ਜਿਹੜੀ ਕਿ ਆਮ ਆਦਮੀ ਪਾਰਟੀ ਨੂੰ ਲੱਗੀ। ਹੁਣ ਇਸ ਤੋਂ ਅੱਗੇ ਆ ਜਾਈਏ, ਇਸ ਤੋਂ ਬਾਅਦ ਆ ਗਈ ਅਕਾਲੀ ਦਲ ਦੀ। ਅਕਾਲੀ ਦਲ ਨੇ ਸੋਚਿਆ ਕਿ ਸਾਡੇ ਕੋਲ ਕੈਂਡੀਡੇਟ ਨਹੀਂ ਹੈ, ਇਹ ਮੰਨਣਾ ਪਏਗਾ। ਅਕਾਲੀ ਦਲ ਤੇ ਕਾਂਗਰਸ ਦੋਨਾਂ ਕੋਲੇ ਸੰਗਰੂਰ 'ਚ ਕੋਈ ਵੀ ਸਟਰੋਂਗ ਕੈਂਡੀਡੇਟ ਨਹੀਂ ਸੀ ਜਿਹਦਾ ਨਾਂ ਲੈ ਸਕਦੇ ਕਿ ਜਿਹਨੂੰ ਉਹ ਖੜਾ ਸਕਦੇ। ਕੇਵਲ ਸਿੰਘ ਢਿੱਲੋਂ ਸੀ, ਉਹਨੂੰ ਆਲਰੇਡੀ ਉਹ ਕਾਂਗਰਸ 'ਚੋਂ ਬਾਹਰ ਕਰ ਚੁੱਕੇ ਸੀ। ਉਹਨਾਂ ਕੋਲ ਕੈਂਡੀਡੇਟ ਹੀ ਨਹੀਂ ਸੀ ਬਚਦਾ ਜਿਹੜਾ ਕੈਂਡੀਡੇਟ ਸੰਗਰੂਰ ਪਾਰਲੀਮੈਂਟ ਚੋਣ ਜਿਹੜੀ ਸੀ ਉਹ ਲੜ ਸਕਦਾ ਸੀ। ਇਸ ਕਰਕੇ ਉਹ ਚਾਹੁੰਦੇ ਸੀ ਕਿ ਸਰਵ ਪ੍ਰਵਾਨਿਤ ਕੈਂਡੀਡੇਟ ਹੋਵੇ। ਉਹਨਾਂ ਦੀ ਨਿਗਾਹ ਜਿਹੜੀ ਸੀ ਉਹ ਸਰਦਾਰ ਬਲਕੌਰ ਸਿੰਘ ਤੇ ਸੀਗੀ। ਉਹਨਾਂ ਨੇ ਇਸੇ ਕਰਕੇ ਮੀਟਿੰਗ ਵੀ ਰੱਖੀ ਸੀ ਪੰਜਾਬ ਭਵਨ ਦੀ, ਲੇਕਿਨ ਉਹ 'ਚ ਅਕਾਲੀ ਦਲ ਤੇ ਬੀਜੇਪੀ ਦੋਨੋਂ ਜਿਹੜੇ ਸੀਗੇ ਉਹ ਬਾਈਕਾਟ ਕਰ ਗਿਆ। ਉਹ ਆਏ ਨਹੀਂ ਕਿ ਕਹਿੰਦੇ ਆ ਸਾਡੇ ਕੋਲ ਸਮਾਂ ਨਹੀਂ ਹੈ। ਤੇ ਗੱਲ ਵਿੱਚ ਵਿਚਾਲੇ ਰਹਿ ਗਈ। ਉਹਨਾਂ ਦੇ ਉਹ ਗੱਲ ਜਿਹੜੀ ਸੀ ਧਰੀ ਧਰਾਈ ਰਹਿ ਗਈ, ਕਿਸੇ ਧਨ ਪੱਤਣ ਨਹੀਂ ਲੱਗੀ। ਫਿਰ ਅਕਾਲੀ ਦਲ ਦੂਸਰੀ ਗੇਮ ਤੇ ਆ ਗਿਆ। ਅਕਾਲੀ ਦਲ ਸਿਮਰਨਜੀਤ ਸਿੰਘ ਮਾਨ ਕੋਲ ਗਿਆ। ਉਹਨਾਂ ਨੇ ਆਪਾਂ ਜਿਸ ਦਿਨ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ ਅੱਜ ਤੋਂ 10 ਦਿਨ ਪਹਿਲਾਂ, ਉਸ ਦਿਨ ਕੋਰ ਕਮੇਟੀ ਦੀ ਮੀਟਿੰਗ 'ਚ ਇੱਕ ਗੱਲ ਤੈਅ ਹੋ ਗਈ ਸੀ ਕਿ ਸਿਮਰਨਜੀਤ ਸਿੰਘ ਮਾਨ ਨੂੰ ਆਪਾਂ ਸਪੋਰਟ ਕਰ ਦਈਏ। ਉਸ ਵੇਲੇ ਕਮਲਦੀਪ ਕੌਰ ਦੀ ਕੈਂਡੀਡੇਟ ਦੇ ਤੌਰ ਤੇ ਕੋਈ ਫੈਸਲਾ ਜਿਹੜਾ ਉਹ ਨਹੀਂ ਸੀ ਹੋਇਆ। ਉਸ ਦਿਨ ਸਿਮਰਨਜੀਤ ਸਿੰਘ ਮਾਨ ਦਾ ਸੀ। ਇਸੇ ਗੱਲ ਨੂੰ ਲੈ ਕੇ ਉਹ ਗਏ, ਜਾ ਕੇ ਗੱਲਬਾਤ ਕੀਤੀ। ਗੱਲਬਾਤ ਕਰਕੇ ਕਿਹਾ ਕਿ ਆਪਾਂ ਸਾਂਝਾ ਕੈਂਡੀਡੇਟ ਖੜਾ ਕਰ ਤੇ ਸਾਂਝਾ ਸਿਮਰਨਜੀਤ ਸਿੰਘ ਮਾਨ ਨੂੰ ਸੀ ਮੇਰੇ ਤੇ ਗੱਲ ਗੁਣਾ ਪਏਗਾ। ਸੁਖਬੀਰ ਸਿੰਘ ਬਾਦਲ ਨੇ ਜਾ ਕੇ ਪੋਸਟ ਵੀ ਪਾਈ ਸਿਮਰਨਜੀਤ ਸਿੰਘ ਮਾਨ ਨਾਲ ਗੱਲ ਕਰਕੇ ਤੇ ਦੇਖੋ ਜੀ ਵੀ ਅਸੀਂ ਸਾਂਝਾ ਕੈਂਡੀਡੇਟ ਖੜਾ ਕਰਤੇ, ਸਾਡੀ ਸਹਿਮਤੀ ਬਣ ਗਈ। ਸਭ ਨੂੰ ਸੀ ਕਿ ਸਿਮਰਨਜੀਤ ਸਿੰਘ ਮਾਨ ਹੋਏਗਾ। ਪਰ ਅਕਾਲੀ ਦਲ ਨੇ ਦਿਨ ਚੜ੍ਹਨ ਤੋਂ ਪਹਿਲਾਂ
ਜਿਹੜਾ ਸੀ ਆਪਣੇ ਨੁਮਾਇੰਦੇ ਜਿਹੜੇ ਸੀਗੇ ਉਹ ਕਮਲਦੀਪ ਕੌਰ ਕੋਲ ਭੇਜ ਦਿੱਤੇ ਕਿ ਤੁਸੀਂ ਕੈਂਡੀਡੇਟ ਹੋਵੋਗੇ, ਬਲਵੰਤ ਸਿੰਘ ਰਾਜੋਆਣਾ ਨਾਲ ਅੱਜ ਗੱਲ ਕਰੋ। ਉਸ ਤੋਂ ਪਹਿਲਾਂ ਜਿਹੜੀਆਂ ਕੋਈ ਸਿੱਖ ਜਥੇਬੰਦੀਆਂ ਸੀ ਉਹਨਾਂ ਜਾ ਕੇ ਬੀਬੀ ਨੂੰ ਕੈਂਡੀਡੇਟ ਹੀ ਐਲਾਨ ਕਰ ਦਿੱਤਾ। ਉਹ ਕਹਿੰਦੇ ਮੈਂ ਤਾਂ ਵੀਰ ਜੀ ਨਾਲ ਗੱਲ ਕਰਾਂਗੀ। ਉਸ ਦਿਨ ਮੁਲਾਕਾਤ ਨਹੀਂ ਹੋਈ, ਪਰ ਉਹਨਾਂ ਨੇ ਉਹ ਰਿਜੈਕਟ ਕਰਤਾ ਕਿ ਅਸੀਂ ਨਹੀਂ ਜਾਣਾ। ਗੱਲ ਅਕਾਲੀ ਦਲ ਦੀ ਆਈ ਤੇ ਗੱਲ ਮੁਲਾਕਾਤ ਹੋਈ। ਮੁਲਾਕਾਤ ਤੋਂ ਬਾਅਦ ਬਲਵੰਤ ਸਿੰਘ ਰਾਜੋਆਣਾ ਨੇ ਹਾਂ ਕਰਤੀ। ਆਪਾਂ ਨੂੰ ਪਤਾ ਕਿ ਪਿਛਲੀਆਂ ਚੋਣਾਂ 'ਚ ਬਲਵੰਤ ਸਿੰਘ ਰਾਜੋਆਣਾ ਨੇ ਅਕਾਲੀ ਦਲ ਤੇ ਬੀਜੇਪੀ ਦੇ ਉਮੀਦਵਾਰਾਂ ਦੀ ਮਦਦ ਦਾ ਐਲਾਨ ਵੀ ਕੀਤਾ ਸੀ, ਜੇਲ੍ਹ 'ਚ ਸਪੋਰਟ ਕੀਤੀ ਸੀ ਕਿ ਇਹਨਾਂ ਨੂੰ ਵੋਟਾਂ ਪਾਈਆਂ ਜਾਣ। ਕੁਦਰਤੀ ਸੀ ਉਹ ਉੱਧਰੋਂ ਲੜਨੀ ਸੀ ਚੋਣ। ਫਿਰ ਉਹਨਾਂ ਨੇ ਇੱਕੋ ਗੱਲ ਕਹੀ ਕਿ ਦੇਖੋ ਕਿ ਰਾਜੋਆਣਾ ਨੇ ਅੰਦਰ ਤੋਂ ਇਹ ਗੱਲ ਕਹੀ ਆ ਕਿ ਕਮਲਦੀਪ ਕੌਰ ਤਾਂ ਖੜੀ ਹੋਊ ਜੇ ਅਕਾਲੀ ਦਲ ਆਪਣੇ ਚੋਣ ਨਿਸ਼ਾਨ ਤੇ ਉਹਨੂੰ ਚੋਣ ਲੜਾਏਗਾ, ਤੇ ਅਕਾਲੀ ਦਲ ਨੇ ਸਹਿਮਤੀ ਦੇ ਦਿੱਤੀ। ਹੁਣ ਉਹ ਤੱਕੜੀ ਦੇ ਚੋਣ ਨਿਸ਼ਾਨ ਤੇ ਆ ਗਏ। ਲੇਕਿਨ ਉਧਰ ਸਿਮਰਨਜੀਤ ਸਿੰਘ ਮਾਨ ਆਪਣੇ ਤੌਰ ਤੇ ਕੈਂਡੀਡੇਟ ਆਪਣੇ ਆਪ ਨੂੰ ਐਲਾਨ ਕਰ ਦਿੱਤਾ। ਉਹਨਾਂ ਕੱਲ ਪੇਪਰ ਫਾਈਲ ਕਰਤੇ। ਹੁਣ ਅਕਾਲੀ ਦਲ ਕਹਿੰਦਾ ਸੀ ਕਿ ਬੰਦੀ ਸਿੰਘਾਂ ਦੇ ਪਰਿਵਾਰ ਚੋਂ ਕਿਸੇ ਨੂੰ ਖੜਾ ਕਰੀਏ, ਤਾਂ ਸਿਮਰਨਜੀਤ ਸਿੰਘ ਮਾਨ ਨੇ ਫਿਰ ਜੜ ਤੇ ਪੋਕੇ ਕਹਿੰਦੇ ਜੇ ਬੰਦੀ ਸਿੰਘਾਂ ਦੇ ਪਰਿਵਾਰ ਚੋਂ ਕੈਂਡੀਡੇਟ ਹੋ ਸਕਦਾ ਫਿਰ ਅਕਾਲੀ ਦਲ ਦਾ ਪ੍ਰਧਾਨ ਕਿਉਂ ਨਹੀਂ ਬੰਦੀ ਸਿੰਘਾਂ ਦੇ ਪਰਿਵਾਰ ਚੋਂ ਹੋ ਸਕਦਾ? ਫਿਰ ਦਮਦਮੀ ਟਕਸਾਲ ਦਾ ਮੁਖੀ ਕਿਉਂ ਨਹੀਂ ਬੰਦੀ ਸਿੰਘਾਂ ਦੇ ਪਰਿਵਾਰ 'ਚ ਹੋ ਸਕਦਾ? ਤੇ ਐਸਜੀਪੀਸੀ ਦਾ ਪ੍ਰਧਾਨ ਕਿਉਂ ਨਹੀਂ ਬੰਦੀ ਸਿੰਘਾਂ ਦੇ ਪਰਿਵਾਰ 'ਚ ਹੋ ਸਕਦਾ? ਯਾਨੀ ਕਿ ਸਿਮਰਨਜੀਤ ਸਿੰਘ ਮਾਨ ਨੇ ਤਾਂ ਕੋਕੇ ਜੜ ਤੇ, ਅਕਾਲੀ ਦਲ ਚੁੱਪ ਹੋ ਗਿਆ। ਹੁਣ ਕਮਲਦੀਪ ਕੌਰ ਕੈਂਡੀਡੇਟ, ਇੱਕ ਬੰਨੇ ਸਿਮਰਨਜੀਤ ਸਿੰਘ ਮਾਨ, ਦੋ ਧਿਰਾਂ। ਹੁਣ ਗੱਲ ਆ ਗਈ ਕਿ ਪਰਿਵਾਰ ਜਿਹੜਾ ਸੀਗਾ ਸਿੱਧੂ ਮੂਸੇਵਾਲੇ ਦਾ ਉਹ ਇਸ ਵੇਲੇ ਸਦਮੇ 'ਚ ਆ। ਨਾ ਉਹਨੂੰ ਜਿਹੜੀਆਂ ਵਿਰੋਧੀ ਪਾਰਟੀਆਂ ਉੱਤੇ ਗਈਆਂ ਨੇ ਅਫਸੋਸ ਪ੍ਰਗਟ ਕਰਨ, ਨਾ ਉਹਨਾਂ ਤੋਂ ਆਸ ਆ ਨਾ ਸੂਬਾ ਸਰਕਾਰ ਤੋਂ। ਕਿਤੇ ਉਹਨਾਂ ਨੂੰ ਆਸ ਦੀ ਕਿਰਨ ਨਹੀਂ ਦਿਖਾਈ ਦਿੰਦੀ। ਅਖੀਰ ਉਹ ਕੇਂਦਰ ਸਰਕਾਰ ਵੱਲ ਨੂੰ ਤੁਰਦਾ। ਅੱਛਾ, ਕੇਂਦਰ ਸਰਕਾਰ ਦੀ ਵੀ ਸਮੱਸਿਆ ਕੀ ਆ? ਪੰਜਾਬ ਦੇ ਵਿੱਚ ਉਹਨਾਂ ਕੋਲੇ ਕੈਪਟਨ ਅਮਰਿੰਦਰ ਕੋਲੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਕੋਈ ਵੀ ਕੈਂਡੀਡੇਟ ਨਹੀਂ ਜਿਹਨੂੰ ਖੜਾਇਆ ਜਾਵੇ। ਜਿਹੜਾ ਉਹਦਾ ਨਜ਼ਦੀਕੀ ਰਿਸ਼ਤੇਦਾਰ ਸੀ ਉਹ ਬੀਜੇਪੀ ਜੁਆਇਨ ਕਰ ਚੁੱਕਿਆ, ਅਰਵਿੰਦ ਖੰਨਾ। ਇਸ ਵਾਰ ਸੰਗਰੂਰ ਤੋਂ ਚੋਣ ਲੜੀ ਸੀ, ਜ਼ਮਾਨਤ ਨਹੀਂ ਬਚੀ। ਉਸ ਤੋਂ ਬਾਅਦ ਪਰਮਿੰਦਰ ਢੀਂਡਸੇ ਤੇ ਨਿਗਾਹ ਉਹਨਾਂ ਦੀ, ਕਿਉਂਕਿ ਸੁਖਦੇਵ ਸਿੰਘ ਢੀਂਡਸੇ ਦਾ ਬੀਜੇਪੀ ਨਾਲ ਆਇਆ ਸੀਗਾ, ਉਹਨਾਂ ਦੀ ਆ ਕਿ ਚਲੋ ਉਹਨੂੰ ਖੜਾ ਲਈਏ। ਅਗਲੀ ਗੱਲ ਜਿਹੜੀ ਸੀਗੀ, ਇੱਕ ਕੇਵਲ ਸਿੰਘ ਢਿੱਲੋਂ ਆ ਜਿਹੜਾ ਕਾਂਗਰਸ ਛੱਡ ਕੇ ਬੀਜੇਪੀ 'ਚ ਗਿਆ, ਉੱਥੇ ਆ। ਪਰ ਜਿਹੜੀ ਗੇਮ ਚੱਲ ਰਹੀ ਆ, ਜੇ ਬਲਕੌਰ ਸਿੰਘ ਸਿਆਣਪ ਕਰਕੇ ਨਾ ਕੈਂਡੀਡੇਟ ਬਣੇ ਤੇ ਚੰਗੀ ਗੱਲ, ਅਦਰਵਾਈਜ਼ ਜਿਸ ਤਰੀਕੇ ਦੇ ਨਾਲ ਸਾਰੇ ਮਗਰ ਪਏ ਹੋਏ ਆ। ਇੱਕ ਗੱਲ ਜਿਹੜੀ ਆ ਕੀ ਹੁੰਦਾ ਕਿ ਜਰਨਲਿਜ਼ਮ 'ਚ ਤੁਸੀਂ ਜਿਹੜੀਆਂ ਚੀਜ਼ਾਂ ਸਿੱਖਦੇ ਹੋ, ਕੈਲਕੂਲੇਸ਼ਨ ਤੇ ਸਪੈਕੂਲੇਸ਼ਨ ਦੋਨੋਂ ਆ ਕਿ ਦੋਨੋਂ ਤੋਂ ਕਿਸ ਆਧਾਰ ਤੇ ਤੁਸੀਂ ਜਿਹੜੀ ਆ ਉਹ ਜੱਜ ਕਰ ਰਹੇ ਹੋ, ਤੁਹਾਡੀ ਕੈਲਕੂਲੇਸ਼ਨ ਕੀ ਆ। ਠੀਕ ਆ, ਇੱਕ ਚੀਜ਼ ਦੇਖਣੀ ਪਏਗੀ ਕਿ ਜਿਹੜੀ ਬਲਕੌਰ ਸਿੰਘ ਨੇ ਜਦੋਂ ਅਮਿਤ ਸ਼ਾਹ ਨੂੰ ਮਿਲ ਕੇ ਬਾਹਰ ਆਏ ਨੇ, ਉਹਨਾਂ ਆ ਕੇ ਇੱਕ ਵੀਡੀਓ ਪਾਈ ਆ ਕਿ ਮੇਰੇ ਪੁੱਤ ਦਾ ਅਜੇ ਸੀਮਾ ਠੰਡਾ ਨਹੀਂ ਹੋਇਆ ਤੇ ਮੈਨੂੰ ਉਮੀਦਵਾਰ ਬਣਾਉਣ ਦੇ ਲਈ ਸਾਰੇ ਕਾਲੇ ਨੇ, ਅਸੀਂ ਅਜੇ ਸਦਮੇ ਚੋਂ ਬਾਹਰ ਨਹੀਂ ਨਿਕਲੇ, ਤੁਸੀਂ ਆਇਓ, ਮੇਰੇ ਪੁੱਤ ਦਾ ਭੋਗ 8 ਤਰੀਕ ਨੂੰ, ਫਿਰ ਖੁੱਲ ਕੇ ਗੱਲਾਂ ਕਰਾਂਗੇ। ਉੱਥੇ ਕਈ ਵਿਅਕਤੀ ਜਿਹੜੇ ਆ ਉਹ ਇਸ ਹਿਸਾਬ ਨਾਲ ਸੋਚ ਰਹੇ ਕਿਤੇ ਇਹ ਨਾ ਹੋਵੇ ਕਿ ਬੀਜੇਪੀ ਡੋਰੇ ਪਾ ਜਾਵੇ, ਕਿਉਂਕਿ 6 ਤਰੀਕ ਲਾਸਟ ਆ, ਭੋਗ 8 ਨੂੰ ਆ। 6 ਤਰੀਕ ਨੂੰ ਜਿਹੜਾ ਪੇਪਰ ਫਾਈਲ ਕਰ ਗਿਆ, ਉਸ ਤੋਂ ਬਾਅਦ ਪੇਪਰ ਫਾਈਲ ਹੋ ਹੀ ਨਹੀਂ ਸਕਦੇ। ਹੁਣ ਇਹ ਆ ਕਿ ਕਿਤੇ ਬੀਜੇਪੀ ਡੋਰੇ ਨਾ ਪਾ ਜਾਵੇ, ਕਿ ਬੀਜੇਪੀ ਆਪਣਾ ਕਿਤੇ ਉੱਲੂ ਸਿੱਧਾ ਨਾ ਕਰ ਜਾਵੇ। ਕਾਂਗਰਸ ਨੂੰ ਅਜੇ ਤੱਕ ਕੈਂਡੀਡੇਟ ਨਹੀਂ ਲੱਭਿਆ। ਕਾਂਗਰਸ ਅਲੱਗ ਥਲੱਗ ਪਈ ਹੋਈ ਆ, ਉਹਦਾ ਤਾਂ ਸਾਰਾ ਕੁਣਬਾ ਜਿਹੜਾ ਸੀਗਾ ਉਹ ਪੱਟ ਕੇ ਲੈ ਗਏ ਸ਼ਾਹ ਜੀ, ਉਹਦੇ ਛੱਡੇ ਹੀ ਕੱਖ ਨਹੀਂ। ਇੱਕ ਵੱਡੇ ਤੇ ਜੋ ਕੁਛ ਸੀਗਾ, ਮਤਲਬ ਕੱਲ ਦੀ ਵੱਡੀ ਸਰਜੀਕਲ ਸਟ੍ਰਾਈਕ ਹੀ ਕਵਾਂਗੇ, ਭਾਜਪਾ ਦਾ ਚਰਚਿਤ ਲਫ਼ਜ਼ ਹੈ। ਕੱਲ ਦੀ ਵੱਡੀ ਸਰਜੀਕਲ ਸਟ੍ਰਾਈਕ ਤੋਂ ਬਾਅਦ ਲੁੱਕਣ ਮਿਚੀ ਹੋਰ ਵੀ ਬਹੁਤ ਚੱਲਦੀ ਹੈ। ਇਹਨਾਂ ਵੱਡਿਆਂ ਤੋਂ ਬਾਅਦ ਕਈ ਛੋਟੇ ਵੀ ਆ ਰਹੇ ਨੇ। ਤੁਸੀਂ ਵੇਖੋ ਬਲਬੀਰ ਸਿੱਧੂ, ਉਹਦਾ ਭਰਾ ਅਮਰਜੀਤ ਜੀਤੀ, ਸਵੇਰ ਤੱਕ ਜਿਹੜਾ ਅੰਬਿਕਾ ਸੋਨੀ ਕਾਂਗਰਸ MP ਦਾ ਕਾਰਜਕਾਲ ਖਤਮ ਹੋ ਗਿਆ, ਉਹਦੇ ਕੋਟੇ 'ਚੋਂ ਗਰੰਟਾਂ ਵੰਡਦੇ ਰਹੇ ਤੇ ਸਵੇਰ ਤੱਕ, ਸ਼ਾਮ ਤੱਕ ਬੀਤੀ, ਸ਼ਾਮ ਤੱਕ, ਤੇ ਸਵੇਰ ਨੂੰ ਅਮਿਤ ਸ਼ਾਹ ਦੀ ਉਹਦੇ 'ਚ ਹਾਜ਼ਰ ਹੋ ਗਏ। ਤੁਸੀਂ ਵੇਖੋ ਜਿਹੜੀ ਤਸਵੀਰ ਮੇਰੇ ਖਿਆਲ ਤੁਸੀਂ ਵੀ ਸ਼ੇਅਰ ਕੀਤੀ ਹੈ, ਕਿੱਡੇ ਪਤਵੰਤੇ ਬੈਠੇ ਨੇ, ਕੋਈ ਸਾਬਕਾ DGP ਬੈਠਾ, ਉਹ ਵੀ ਵਿਚਾਰੇ ਪਿੱਛੇ ਚਲੇ ਗਏ, ਮੋਗੇ ਵਾਲੇ ਪਰਮਦੀਪ ਸਿੰਘ ਹੋਰੀ, ਤੇ ਨਵੇਂ ਜਿਹੜੇ ਆਏ ਨੇ ਉਹ ਮੂਰਲੀ ਲਾਈਨ 'ਚ ਬੈਠੇ ਨੇ।
ਤੇ ਇਸ ਲੁਕਣ ਮੀਚੀ 'ਚ ਹੋਰ ਵੀ ਕਈ ਅਕਾਲੀ ਭਾਜਪਾਈ ਜਾਂ ਹੋਰ ਕੋਈ ਮੌਕਾ ਪ੍ਰਸਤ ਨੇ ਜਿਹੜੇ ਉਹ ਬੀਜੇਪੀ 'ਚ ਜਾ ਸਕਦੇ ਨੇ। ਕੀ ਅਪਡੇਟ ਹੈ ਇਸ ਮਾਮਲੇ ਦੇ ਵਿੱਚ? ਬੀਜੇਪੀ ਦੀ ਹੋਰ ਕਿਹੜੀ ਸਰਜੀਕਲ ਸਟ੍ਰਾਈਕ ਹੁਣ ਲੁਕਣ ਮੀਚੀ ਦੇ ਰੂਪ ਦੇ ਵਿੱਚ ਹੋਰ ਕਿਹੜੇ ਲੁਕੇ ਹੋਏ ਤੱਤ ਬਾਹਰ ਆਉਣਗੇ ਜੀ? ਨਹੀਂ, ਹੁਣ ਲੁਕਣ ਮੀਚੀ ਤੇ ਨਹੀਂ ਹੈ, ਹੁਣ ਤਾਂ ਸ਼ਰੇਆਮ ਨੰਗੇ ਚਿੱਟੇ ਹੋ ਕੇ ਨੰਗੇ ਹੋ ਕੇ ਖੇਡ ਰਹੇ ਨੇ। ਹੁਣ ਤਾਂ ਲੁਕਣ ਵਾਲੀ ਤੇ ਗੱਲ ਹੀ ਨਹੀਂ ਬਚੀ ਹੋਈ। ਹੁਣ ਤਾਂ ਨੰਗੇ ਚਿੱਟੇ ਹੋ ਕੇ ਚੱਲ ਰਿਹਾ ਸਾਰਾ ਕੁਝ। ਅਗਲੇ ਸ਼ਰੇਆਮ ਜਾ ਰਹੇ ਨੇ, ਜਿਹੜੇ ਜਾ ਰਹੇ, ਕੋਈ ਲੁਕਣ ਮੀਚੀ ਵਾਲੀ ਤੇ ਗੱਲ ਹੀ ਨਹੀਂ ਰਹੀ ਹੈ। ਤੁਸੀਂ ਦੇਖੋ, ਜਿਹੜਾ ਵਿਅਕਤੀ ਸ਼ਾਮ ਤੱਕ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਆ ਰਾਜ ਸਭਾ ਚੋਂ ਅੰਬਕਾ ਸੋਨੀ ਦੇ ਕੋਟੇ ਚੋਂ ਗਰੰਟਾਂ ਵੰਡ ਰਿਹਾ ਤੇ ਦਿਨ ਚੜੇ ਜਾ ਕੇ ਬੀਜੇਪੀ 'ਚ ਸ਼ਾਮਲ ਹੋ ਜਾਵੇ ਤੇ ਫਿਰ ਇਹਨੂੰ ਕਹਿੰਦਾ ਕੀ ਹੈ ਪਤਾ? ਕਹਿੰਦਾ ਮੈਨੂੰ ਜਲੀਲ ਕੀਤਾ, ਮੈਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ, ਮੈਨੂੰ ਜਲੀਲ ਕੀਤਾ, ਮੈਂ ਤਾਂ ਇੱਧਰ ਆਇਆ। ਲਓ ਜੀ, ਬਹਾਨਾ ਵੇਖ ਲਓ। ਚਲੋ, ਇਹਨਾਂ ਨੂੰ ਤਾਂ ਜਲੀਲ ਕੀਤਾ, ਰਾਜਕੁਮਾਰ ਵੇਰਕਾ ਨੂੰ ਕੀ ਕੀਤਾ? ਉਹਨੂੰ ਤਾਂ ਮੰਤਰੀ ਦਾ ਅਹੁਦਾ ਦਿੱਤਾ ਸੀ। ਇਹ ਤਾਂ ਚਲੋ ਇਹਨੂੰ ਜਲੀਲ ਕੀਤਾ, ਸੁੰਦਰ ਸ਼ਾਮ ਅਰੋੜੇ ਨੂੰ ਜਲੀਲ ਕੀਤਾ, ਆਪਣਾ ਗੁਰਪ੍ਰੀਤ ਕਾਂਗੜ ਨੂੰ ਕੀਤਾ, ਤਿੰਨਾਂ ਦੀ ਮੰਨ ਲਈ। ਜਿਹੜਾ ਚੌਥਾ ਗਿਆ ਰਾਜਕੁਮਾਰ ਵੇਰਕਾ, ਉਹਨੂੰ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਤੋਂ ਉਤਾਰਨ ਤੋਂ ਬਾਅਦ ਚਰਨਜੀਤ ਚੰਨੀ ਦੇ ਕੋਟੇ ਦੇ ਵਿੱਚ ਆ ਕੇ ਉਹਨੂੰ ਮੰਤਰੀ ਬਣਾਇਆ ਗਿਆ। ਫਿਰ ਉਹਨੂੰ ਕਿਹੜਾ ਜਲੀਲ ਕੀਤਾ ਗਿਆ? ਗੱਲ ਤਾਂ ਇਹ ਸੀ, ਕੈਪਟਨ ਅਮਰਿੰਦਰ ਸਿੰਘ ਦੌਕਾ ਮਾਰਦਾ, ਮੇਰੇ ਕੋਲ ਫਾਈਲਾਂ ਨੇ, ਮੁੱਖ ਮੰਤਰੀ ਨੂੰ ਦਿਆਂਗਾ, ਔਰ ਉਧਰੋਂ ਉੱਤੋਂ ਬੀਜੇਪੀ ਦਾ ਇਸ਼ਾਰਾ, ਉਹ ਦੌਕਾ ਮਾਰਦਾ। ਜਿਹਦੇ ਵੀ ਘੜੇ 'ਚ ਛੇਕ ਹੋਣ ਦੀ ਸੰਭਾਵਨਾ, ਉਹ ਸਭ ਆਪੋ ਆਪਣਾ ਘੜਾ ਜਿਹੜਾ ਉਹ ਧਰਤੀ 'ਚ ਨੱਪਣਾ ਚਾਹੁੰਦੇ ਆ ਕਿ ਜੇ ਉੱਪਰ ਪਿਆ ਰਿਹਾ ਇਹ 'ਚੋਂ ਪਾਣੀ ਸਾਰਾ ਰਿੱਝੂਗਾ। ਉਹ ਕਹਿੰਦੇ ਧਰਤੀ 'ਚ ਨੱਪ ਦੋ, ਬੰਨਿਓ ਸਪੋਰਟ ਰਹੂਗੀ, ਘੱਟੋ ਘੱਟ ਪਾਣੀ ਤੇ ਘੜਾ ਤਾਂ ਲੰਬਾ ਸਮਾਂ ਨਹੀਂ ਬਚਣਾ, ਪਰ ਪਾਣੀ ਤਾਂ ਵੱਧ ਜੂਗਾ। ਇਹ ਤਾਂ ਸਿਰਫ ਉੱਧਰ ਨੂੰ ਤੁਰੇ ਹੋਏ ਆ। ਤਸ਼ਬੀਹ ਤੁਹਾਡੀ ਬਹੁਤ ਵਧੀਆ, ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਧਰਤੀ ਹੈ ਨਾ, ਇਹ ਧਰਤੀ ਜਿਹੜੀ ਬੀਜੇਪੀ ਹੈ, ਇਹ ਬੀਜੇਪੀ ਰੂਪੀ ਧਰਤੀ ਜਿਹੜੀ ਜੇ ਘੜਾ ਦੱਬ ਰਿਹਾ ਨਾ ਪਾਣੀ ਬਚਾਉਣ ਲਈ, ਉਹ ਧਰਤੀ ਵੈਕਿਊਮ ਕਰਦੀ ਹੈ। ਇੱਕ ਤਾਂ ਰੇਤਾ ਹੁੰਦਾ ਉਹ ਤਾਂ ਚੂਸਦਾ ਹੈ, ਪਰ ਇਹ ਜਿਹੜੀ ਧਰਤੀ ਹੈ ਵੈਕਿਊਮ ਕਰਦੀ ਹੈ, ਪਾਣੀ ਉੱਥੇ ਵੀ ਨਹੀਂ ਬਚਣਾ। ਸੋ ਜਿਹੜੇ ਪਹਿਲਾਂ ਗਏ ਨੇ ਕਿੱਥੇ ਕੋ ਖੜੇ ਨੇ, ਇਹ ਠੀਕ ਹੈ ਕਿ ਬੁਰਕੀ ਪੈ ਜੂ, ਪਰ ਸ਼ਰੇਆਮ ਲੋਕਾਂ ਦੇ ਅੱਖੀਂ ਘੱਟਾ ਪਾ ਗਏ ਨੇ। ਕਦੇ ਕੋਈ ਇਹਨਾਂ ਦੇ ਆਕਾ, ਕਦੇ ਇਹਨਾਂ ਦੀ ਮਾਂ ਇੰਦਰਾ ਗਾਂਧੀ, ਤੇ ਕਦੇ ਇਹਨਾਂ ਦਾ ਬਾਪੂ ਹੋਣਾ ਜਿਹੜਾ ਹੋ ਗਿਆ ਆਪਣਾ ਮੋਦੀ ਸਾਹਿਬ ਹੋ ਗਿਆ, ਕਿਸੇ ਦਾ ਕੋਈ ਕਾਮਰੇਡ ਹਰਕ੍ਰਿਸ਼ਨ ਸਰਜੀਤ ਹੋ ਗਿਆ। ਮਿਆਰ ਤੇ ਹੈ ਹੀ ਨਹੀਂ ਕੋਈ ਇਹਨਾਂ ਬਾਪੂ ਬਦਲਣ ਵਾਲੇ ਲੋਕਾਂ ਦਾ। ਇਸ ਸਿਲਸਿਲੇ ਵਿੱਚ ਹੋਰ ਇਸ ਸੰਗਰੂਰ ਦੀ ਸਿਆਸਤ 'ਚ ਕੀ ਕੁਛ ਹੋ ਰਿਹਾ ਤੁਸੀਂ ਵੇਖੋ ਕਿ ਇੰਨਾ ਲਾਅ ਐਂਡ ਆਰਡਰ ਹੈ। ਅੱਜ ਘੱਲੂਘਾਰਾ ਦਿਹਾੜਾ ਵੀ ਮਨਾਇਆ ਜਾ ਰਿਹਾ, ਅੱਜ ਬੰਦ ਦਾ ਸੱਦਾ, ਆਜ਼ਾਦੀ ਦਿਵਸ ਹੈ, ਦਲ ਖਾਲਸਾ ਦਾ, ਇੰਨੀ ਸਿਕਿਉਰਿਟੀ ਹੈ। ਲੁਧਿਆਣੇ ਦੇ ਇੱਕ ਪ੍ਰਵਾਸੀਆਂ ਦੇ ਕਲੋਨੀ ਦੇ ਵਿੱਚੋਂ, ਕਿਉਂਕਿ ਉੱਥੇ ਸ਼ਰੇਆਮ ਜਿਹੜੇ ਨੇ ਸੁਰਿੰਦਰਵੀਰ ਅਸਲਾ ਵਿਕਦਾ ਹੈ, ਮੱਧ ਪ੍ਰਦੇਸ਼ ਯੂਪੀ ਤੋਂ ਆ ਕੇ ਅਸਲਾ ਇੱਥੇ ਵਿਕਦਾ। ਅਨਿਲ ਬੋਬੀ, ਅਨਿਲ ਠਾਕੁਰ, 3 ਮੁੰਡੇ ਫੜੇ ਗਏ ਨੇ, 2 ਇਹਨਾਂ ਕੋਲੋਂ ਕੱਟੇ ਤੇ ਇੱਕ 32 ਬੋਰ ਦਾ ਪਿਸਟਲ ਫੜਿਆ ਗਿਆ। ਕਿਤੇ ਗਾਂਜਾ ਫੜਿਆ ਜਾ ਰਿਹਾ। ਇੰਨੀ ਮਤਲਬ ਪੈਰਾਮਿਲਟਰੀ ਫੋਰਸਿਸ ਲੱਗੀ ਆ। ਅੱਜ ਦਲ ਖਾਲਸਾ ਵੱਲੋਂ ਆਜ਼ਾਦੀ ਮਾਰਚ ਵੀ ਹੈ ਤੇ ਨਾਲ ਬੰਦ ਦਾ ਸੱਦਾ ਵੀ ਹੈ। ਉਹਦੇ ਤੇ ਵੀ ਥੋੜ੍ਹੀ ਜਿਹੀ ਦਿਓ ਅਪਡੇਟ। ਇਸ ਤੋਂ ਬਾਅਦ ਫਿਰ ਆਪਾਂ ਸਿੱਧੂ ਮੂਸੇਵਾਲੇ ਕੇਸ ਦੀਆਂ ਕੜੀਆਂ ਦਾ ਵੀ ਜ਼ਿਕਰ ਕਰਨਾ ਹੈ ਤੇ ਇਸ ਖਬਰ ਨੂੰ ਕਰਿਓ ਅੱਗੇ ਕੰਟੀਨਿਊ ਜੇ ਕੋਈ ਅਪਡੇਟ ਹੋਵੇ। ਤੇ ਉਸ ਤੋਂ ਬਾਅਦ ਫਿਰ ਅੱਜ ਜਿਹੜਾ ਦਲ ਖਾਲਸਾ ਜਾਂ ਹੋਰ ਸਿੱਖ ਜਥੇਬੰਦੀਆਂ ਵੱਲੋਂ ਜਿਹੜਾ ਇਹ ਬਲੂ ਸਟਾਰ ਦਾ ਦਿਹਾੜਾ, ਇਹਦੇ ਸੰਬੰਧੀ ਘੱਲੂਘਾਰਾ ਦਿਹਾੜੇ ਦੇ ਸੰਬੰਧੀ ਜੋ ਕੁਛ ਹੋ ਰਿਹਾ ਉਹਨੂੰ ਕਿੱਦਾਂ ਦੇਖਦੇ ਹੋ ਜੀ ਸੁਰਿੰਦਰ ਜੀ? ਦੇਖੋ, ਗੱਲ ਇਹ ਆ ਕਿ ਜਿਹੜੀ ਮੌਜੂਦਾ ਹਾਲਾਤ, ਤੁਸੀਂ ਗੱਲ ਕੀਤੀ ਹੈ ਸੰਗਰੂਰ ਪਾਰਲੀਮੈਂਟ ਦੀ। ਸੰਗਰੂਰ ਪਾਰਲੀਮੈਂਟ ਦੇ ਵਿੱਚ 3 ਕੈਂਡੀਡੇਟ ਤੇ ਸਾਹਮਣੇ ਆ ਚੁੱਕੇ। ਆਮ ਆਦਮੀ ਪਾਰਟੀ ਦਾ ਆ ਗਿਆ ਸੱਤਾਧਾਰੀ ਧਿਰ ਹੈ ਇਸ ਵੇਲੇ ਮੌਜੂਦਾ ਪੰਜਾਬ 'ਚ। ਦੂਸਰੇ ਬੰਨੇ ਸਿਮਰਜੀਤ ਸਿੰਘ ਮਾਨ ਆ ਗਿਆ। ਤੀਜੇ ਬੰਨੇ ਸ਼੍ਰੋਮਣੀ ਅਕਾਲੀ ਦਲ ਆ ਗਿਆ। ਅਕਾਲੀ ਦਲ ਕਹਿੰਦਾ ਕਿ ਅਸੀਂ ਬਹੁਜਨ ਸਮਾਜ ਪਾਰਟੀ ਨਾਲ ਸਲਾਹ ਕਰਕੇ ਕੈਂਡੀਡੇਟ ਖੜਾ ਕੀਤਾ। ਹੁਣ ਦੇਖਣਾ ਤੇ ਪਏਗਾ ਕੀ ਬਹੁਜਨ ਸਮਾਜ ਪਾਰਟੀ ਸਪੋਰਟ ਕਰਦੀ ਕਿ ਨਹੀਂ ਕਰਦੀ, ਇਹ ਦੇਖਣਾ ਬਣਦਾ। ਜ਼ਰੂਰੀ ਨਹੀਂ ਹੈ ਕਿ ਬਹੁਜਨ ਸਮਾਜ ਪਾਰਟੀ ਇਸ ਇਸ਼ੂ ਤੇ ਬੀਬੀ ਕਮਲਦੀਪ ਕੌਰ ਦੀ ਸਪੋਰਟ ਕਰੇਗੀ। ਮੈਨੂੰ ਉਹਦੇ 'ਚ ਡਾਊਟ ਆ। ਆਉਣ ਵਾਲੇ ਦਿਨਾਂ 'ਚ ਕਲੀਅਰ ਹੋ ਜੂ। ਇਹ ਵੀ ਹੋ ਸਕਦਾ ਉਹ ਚੁੱਪ ਹੀ ਰਹਿ ਜਾਵੇ, ਉਹਦਾ ਸਿਰਫ ਸਪੋਰਟ ਦੀ ਗੱਲ ਕਹਿ ਦਿੱਤੀ ਜਾਵੇ, ਚੁੱਪ ਰਹਿ ਕੇ ਆਪਣਾ ਸਮਾਂ ਜਿਹੜਾ ਗੁਜ਼ਾਰ ਲਵੇ, ਲੇਕਿਨ ਮਦਦ ਦੇ ਲਈ ਨਾ ਉਤਰੇ। ਇਹ ਦੇਖਣਾ ਬਣੇਗਾ। ਠੀਕ ਹੈ। ਹੁਣ ਜਿਹੜੀ ਲਾਅ ਐਂਡ ਆਰਡਰ ਦੀ ਹਾਲਾਤ ਹੈ ਮੌਜੂਦਾ, ਉਹ ਕੋਈ ਵਧੀਆ ਨਹੀਂ ਹੈ। ਜੇ ਤੇ ਛੁੱਟ-ਪੁੱਟ ਕੋਈ ਘਟਨਾ ਵਾਪਰ ਜਾਵੇ ਤਾਂ ਆਪਾਂ ਕਹਿ ਦਿੰਦੇ ਚਲੋ ਕੋਈ ਗੱਲ ਨਹੀਂ, ਇਹ ਵਾਪਰ ਗਈ ਆ। ਹੁਣ ਗੱਲ ਤੇ ਇਹ ਹੈ ਕਿ ਇਸ ਵੇਲੇ ਮੌਜੂਦਾ ਜਿਹੜੀ ਸਰਕਾਰ ਆ
ਉਹਦਾ ਕੰਟਰੋਲ ਹੀ ਨਹੀਂ ਹੋ ਰਿਹਾ। ਹੁਣ ਤੁਸੀਂ ਇੱਕੋ ਰੱਖੋ, ਜੇ SSP ਕੰਮ ਨਹੀਂ ਕਰਦਾ ਚੱਕ ਕੇ ਬਾਹਰ ਮਾਰੋ, ਕਹ ਤੁਰਦਾ ਬਣ, ਹੋਰ ਬੈਠਾ ਮੇਰੇ ਕੋਲ। ਜੇ ਕੋਈ SP DSP ਕੰਮ ਨਹੀਂ ਕਰਦਾ ਉਹਨੂੰ ਕਹ ਨਿਕਲ ਬਾਹਰ। ਤੁਹਾਡੇ ਕੋਲ ਫੋਰਸ ਦਾ ਘਾਟ ਆ, ਕਾਹਦੀ ਘਾਟ ਆ ਦੱਸਣ। ਤੁਸੀਂ ਚੱਕ ਲਓ POP PAP ਚੋਂ ਕੱਟ ਲਓ, ਇੱਧਰੋਂ ਕਮਾਂਡੋ ਚੋਂ ਪਾ ਦਿਓ, IRB ਚੋਂ ਬਥੇਰੇ ਬੈਠੇ ਨੇ, ਲੈ ਆਓ ਇੱਧਰ, ਕਿੱਡੀ ਕੋ ਸਮੱਸਿਆ ਲਿਆ ਕੇ ਲਾ ਦਿਓ। ਹੁਣ ਪ੍ਰੋਬਲਮ ਇਹ ਆ ਕਿ ਜਿਹੜਾ ਪੁਰਾਣਾ ਜੰਤਰ ਤੰਤਰ ਆ ਨਾ, ਉਸੇ ਨੂੰ ਹੀ ਉਹ ਜਿੱਦਾਂ ਪਹਿਲਾਂ ਅਕਾਲੀ ਤੇ ਕਾਂਗਰਸ ਦੇ ਵੇਲੇ ਸੀ, ਜਿਹੜੇ ਪਟਿਆਲੇ SHO ਤੇ DSP ਹੁੰਦੇ ਸੰਗਰੂਰ ਤੇ ਸੰਗਰੂਰ ਵਾਲੇ ਪਟਿਆਲੇ ਹੋ ਜਾਂਦੇ ਸੀ, ਜਿਹੜੇ ਇੱਥੇ ਕਾਂਗਰਸੀ ਹੁੰਦੇ ਉੱਥੇ ਅਕਾਲੀ, ਜਿਹੜੇ ਉੱਥੇ ਅਕਾਲੀ ਹੁੰਦੇ ਸੀ ਇੱਥੇ ਕਾਂਗਰਸੀ ਹੋ ਜਾਂਦੇ। ਇੰਨਾ ਕੋਈ ਫਰਕ ਪੈਂਦਾ ਸੀ। ਹੁਣ ਹਾਲਾਤ ਜਿਹੜੇ ਆ ਕੋਈ ਬਹੁਤੇ ਵਧੀਆ ਨਹੀਂ ਗੇ। ਲੋਕ ਜਿਹੜੇ ਆ ਜਦੋਂ ਪ੍ਰਸ਼ਾਸਨ ਤੋਂ ਦੁਖੀ ਹੋ ਜਾਣ ਨਾ ਤਾਂ ਫਿਰ ਪਾਸੇ ਬੜੇ ਪੁੱਠੇ ਤਰ੍ਹਾਂ ਨਾਲ ਪਲਟਦੇ ਆ। ਸਰਕਾਰ ਜਿਹੜੀ ਆ ਉਹ ਸੋਚਦੀ ਆ ਕਿ ਸ਼ਾਇਦ ਅਸੀਂ ਚੁਟਕਲਿਆਂ ਦੇ ਨਾਲ ਹੀ ਡੰਗ ਟਪਾ ਲਾਂਗੇ। ਚੁਟਕਲਿਆਂ ਨਾਲ ਲੰਬਾ ਸਮਾਂ ਡੰਗ ਨਹੀਂ ਟੱਪਣਾ, ਜਿੱਥੇ ਮਰਜ਼ੀ ਭੱਜ ਲਓ, ਟੋਟਕੇ ਝਾੜ ਲੈ। ਲੋਕ ਅੱਜ ਟੋਟਕੇ ਜਿਹੜੇ ਸ਼ਰੇਆਮ ਪਾ ਰਹੇ ਨੇ ਸੋਸ਼ਲ ਮੀਡੀਆ ਤੇ, ਜਿਹੜਾ ਕਹਿੰਦੇ ਸਿਕਿਉਰਿਟੀ ਦੀ ਕਿਸੇ ਨੂੰ ਲੋੜ ਨਹੀਂ ਹੈ। ਠੀਕ ਆ, ਜਿਹਨੂੰ ਨਹੀਂ ਲੋੜ ਉਹਨੂੰ ਛੱਡੋ, ਜਿਹਨੂੰ ਲੋੜ ਆ ਉਹਦੀ ਤੇ ਜਾਨ ਮਾਲ ਦੀ ਰੱਖਿਆ ਕਰਨਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ। ਸੂਬਾ ਸਰਕਾਰ ਦੀ ਇਹ ਜ਼ਿੰਮੇਵਾਰੀ ਨਹੀਂ ਹੁੰਦੀ ਕਿ ਭੋਗ ਤੇ ਚਲੇ ਗਿਆ, ਕਹਿਤਾ ਜੀ ਬਹੁਤ ਮਾੜਾ ਹੋਇਆ ਜੀ, ਅਫਸੋਸ ਕਰਨ ਆਏ ਆ। ਕਾਹਦਾ ਅਫਸੋਸ ਕਰਨਾ ਹੈ? ਸਾਰਾ ਪਰਿਵਾਰ ਤਾਂ ਤੁਸੀਂ ਪੁਲਿਸ ਨੇ ਬੰਨ੍ਹ ਕੇ ਬਿਠਾ ਲਿਆ, ਕੋਈ ਮੋਢਿਆਂ ਤੋਂ ਫੜੀ ਬੈਠਾ, ਕੋਈ ਸਿਰ ਤੋਂ ਫੜੀ ਬੈਠਾ, ਵੀ ਮੁੱਖ ਮੰਤਰੀ ਨੂੰ ਨਾ ਕੋਈ ਉੱਚਾ ਨੀਵਾਂ ਬੋਲ ਦੇਵੇ। ਤੇ ਫਿਰ ਕਾਹਦਾ ਅਫਸੋਸ ਸੀ? ਅਫਸੋਸ ਕਿਸੇ ਨੂੰ ਬੰਦੀ ਬਣਾ ਕੇ ਕਰਨ ਜਾਣਾ ਹੁੰਦਾ, ਅਫਸੋਸ ਹੁੰਦਾ ਹੱਥ ਜੋੜ ਕੇ ਕਿਸੇ ਦੇ ਘਰੇ ਜਾਣਾ। ਤੁਸੀਂ ਤਾਂ ਬੰਦੀ ਬਣਾ ਕੇ ਬੈਠੇ ਹੋ ਅਗਲਿਆਂ ਨੂੰ। ਇਸ ਕਰਕੇ ਕੁਛ ਨਹੀਂ ਚੱਲਦਾ ਹੁੰਦਾ। ਸਰਕਾਰ ਕਿਤੇ ਨਾ ਕਿਤੇ ਗਲਤ ਰਸਤੇ ਨੂੰ ਜਿਹੜਾ ਉਹ ਤੁਰੀ ਹੋਈ ਆ, ਸੁਧਰਨਾ ਪਊਗਾ। ਔਰ ਕਿਤੇ ਨਾ ਕਿਤੇ ਜੋ ਕਾਂਗਰਸ ਦੀ ਹਾਲਾਤ ਹੁੰਦੀ ਸੀ, ਜੋ ਕਿਸੇ ਟਾਈਮ ਅਕਾਲੀ ਦਲ ਦੀ ਹੁੰਦੀ ਸੀ ਵੀ ਅਕਾਲੀ ਦਲ ਦੇ ਉੱਤੇ BJP ਭਾਰੂ ਆ, ਜੋ ਕੇਂਦਰ 'ਚ ਹੁਕਮ ਆਉਂਦਾ ਉਹੀ ਮੰਨ ਲੈਂਦਾ। ਕਾਂਗਰਸ 'ਚ ਹੁੰਦੀ ਸੀ ਜੋ ਦਿੱਲੀ ਵਾਲੇ ਫੈਸਲਾ ਲੈ ਦਿੰਦੇ ਆ, ਮੁੱਖ ਮੰਤਰੀ ਉਹੀ ਮੰਨ ਲੈਂਦਾ। ਕੈਪਟਨ ਅਮਰਿੰਦਰ ਸਿੰਘ ਨੇ 2 ਟਰਮਾਂ 'ਚ ਦਿੱਲੀ ਦੀ ਬਹੁਤੀ ਪਰਵਾਹ ਨਹੀਂ ਕੀਤੀ। ਇਸ ਤੋਂ ਪਹਿਲਾਂ ਇਹੀ ਕੁਝ ਚੱਲਦਾ ਰਿਹਾ, ਕਿਸੇ ਦੀ ਸੁਣੀ ਨਹੀਂ ਗਈ ਤਾਂ ਲੋਕ ਦੁਖੀ ਹੋ ਕੇ ਸੱਤਾ ਜਿਹੜੀ ਸੀਗੀ ਉਹ ਬਦਲ ਦਿੰਦੇ ਰਹੇ ਆ। ਹੁਣ ਜੇ ਇਹਨਾਂ ਨੇ ਵੀ ਇਹੀ ਕੁਝ ਕਰਨਾ ਤਾਂ ਫਿਰ ਇਹਨਾਂ ਲਈ ਵੀ ਬਹੁਤਾ ਲੰਬਾ ਸਮਾਂ ਨਹੀਂ ਹੈ। ਪਰ ਹਾਲਾਤ ਕੀ ਨੇ? ਹਾਲਾਤ ਅੱਜ ਦੇ ਆ, ਅਕਾਲੀ ਦਲ ਤੇ ਕਾਂਗਰਸ ਤਕਰੀਬਨ ਹਾਸ਼ੀਏ ਤੇ ਜਾ ਚੁੱਕੇ ਆ। ਅਕਾਲੀ ਦਲ ਸਰਵਾਈਵ ਕਰੇਗਾ ਕਿਉਂਕਿ ਪੰਥਕ ਏਜੰਡੇ ਤੇ ਹੁਣ ਆਇਆ। ਮੈਂ ਵੀ ਕੁਛ ਇਹਨਾਂ ਦੇ ਜਿਹੜੇ ਖਾਸਮ ਖਾਸ ਸੀ ਕੱਲ ਕਮੈਂਟ ਕਰਦੇ, ਮੈਂ ਉਹਨਾਂ ਨੂੰ ਜਵਾਬ ਵੀ ਦਿੱਤਾ ਸੀ। ਕਹਿੰਦੇ ਪਬਲਿਕ ਦਾ ਕਸੂਰ ਆ। ਮੈਂ ਪਬਲਿਕ ਦਾ ਕਿਉਂ ਕਸੂਰ ਆ? ਪਬਲਿਕ ਨੂੰ ਮੂਰਖ ਬਣਾਇਆ ਇਹਨਾਂ ਪਾਰਟੀਆਂ ਨੇ। ਜੇ ਪੰਥਕ ਏਜੰਡਾ ਪਹਿਲਾਂ ਨਾ ਛੱਡਦੇ, ਜਿਹੜੇ ਪੰਥਕ ਏਜੰਡੇ ਨੂੰ ਮੁੱਖ ਰੱਖ ਕੇ ਪਾਰਟੀ ਬਣੀ ਸੀ ਉਹ ਤਾਂ ਛੱਡਤਾ ਸਾਰਾ ਕੁਝ, ਉਹ ਤਾਂ ਰੱਖਿਆ ਹੀ ਨਹੀਂ। ਤੇ ਫਿਰ ਲੋਕਾਂ ਨੇ ਹੱਥ ਦਿਖਾ ਦਿੱਤੇ। ਜੇ ਲੋਕਾਂ ਹੱਥ ਦਿਖਾ ਦਿੱਤੇ, ਲੋਕਾਂ ਨੇ ਤਾਂ ਜਿਹੜੀਆਂ 90 94 ਸੀ ਉਹਦੇ ਤੋਂ 68 ਦੇ ਲਿਆਂਦੇ ਸੀ, ਤੇ 68 ਤੋਂ ਹੌਲੀ ਹੌਲੀ ਖਿੱਚ ਕੇ ਅਗਲਿਆਂ ਨੇ 15 ਤੇ ਲਿਆ ਕੇ ਖੜੇ ਕਰਤੇ, ਤੇ 15 ਤੋਂ ਫਿਰ 3 ਤੇ ਵੀ ਲਿਆ ਕੇ ਖੜੇ ਕਰ ਦਿੱਤੇ। ਜੇ ਅਜੇ ਵੀ ਨਾ ਸਮਝਣ ਤੇ ਫਿਰ ਰੱਬ ਰਾਖਾ। ਜੇ ਕਹਿ ਦੋ ਕਿ ਸਾਰਾ ਕੁਝ ਪਰਿਵਾਰ ਕੋਲ ਹੀ ਹੋਵੇ, ਹੋਰ ਕਿਸੇ ਦੀ ਕੋਈ ਵੁਕਤ ਹੀ ਨਹੀਂ ਹੈ, ਤੇ ਇਹ ਵੀ ਕਦੀ ਨਹੀਂ ਚੱਲਦਾ। ਜਿਹੜਾ ਕੁਝ ਹੁਣ ਤੱਕ ਬਣਾਇਆ ਕਿ ਦੇਖੋ ਜੀ, ਕੋਰ ਕਮੇਟੀ ਨੇ ਇੱਕ ਕਮੇਟੀ ਤੈਅ ਕਰ ਦਿੱਤੀ, ਕਮੇਟੀ ਰਿਪੋਰਟ ਦੇਵੇਗੀ। ਕਮੇਟੀ ਦੀ ਰਿਪੋਰਟ ਵੀ ਆ ਗਈ। ਕਮੇਟੀ ਦੀ ਰਿਪੋਰਟ ਨੇ ਵੀ ਕਿਰਕਰੀ ਕਰਾਤੀ, ਅੱਲੇ ਪੱਲੇ ਕੁਛ ਨਹੀਂ ਪਿਆ, ਸਵਾਏ ਕਿਰਕਰੀ ਹੋਣ ਤੋਂ ਹੋਰ ਕੱਖ ਵੀ ਨਹੀਂ ਹੋਇਆ। ਔਰ ਰਹਿੰਦੀ ਖੁੰਦੀ ਜੋ ਮਰਜ਼ੀ ਕਰਨ। ਜੋ ਅੱਜ ਦੀ ਹਾਲਾਤ ਆ, ਮੈਨੂੰ ਨਹੀਂ ਪਤਾ ਅੱਜ ਰਾਤ ਤੱਕ ਕੀ ਹੁੰਦਾ, ਕਿਹਦਾ ਨਾਮ ਅਨਾਉਂਸ ਹੁੰਦਾ BJP ਵੱਲੋਂ, ਕਾਂਗਰਸ ਵੱਲੋਂ ਕਿਹਦਾ ਹੁੰਦਾ। ਜੋ ਅੱਜ ਦੀ ਮੌਜੂਦਾ ਹਾਲਾਤ ਆ, ਆਮ ਆਦਮੀ ਪਾਰਟੀ ਬੜੇ ਆਰਾਮ ਨਾਲ ਸੰਗਰੂਰ ਸੀਟ ਲੈ ਕੇ ਜਾਏਗੀ। ਅਕਾਲੀ ਦਲ, ਕਾਂਗਰਸ ਤੇ BJP 'ਚ ਨੰਬਰ 2 3 ਤੇ 4 ਦੀ ਖੇਡ, ਤੇ ਨਾਲ ਹੀ ਸਿਮਰਨਜੀਤ ਸਿੰਘ ਮਾਨ 5 ਤੱਕ ਇਹ ਗੇਮ ਜਿਹੜੀ ਉਹ ਚੱਲੇਗੀ। ਬਿਲਕੁਲ, ਤੁਸੀਂ ਸੰਗਰੂਰ ਦਾ ਜ਼ਿਕਰ ਕੀਤਾ। ਸੰਗਰੂਰ ਦੇ ਵਿੱਚ ਤੁਸੀਂ ਵੇਖੋ ਕਿ ਐਡੀ ਅੱਤ ਦੀ ਗਰਮੀ ਹੈ। ਅੱਜ ਵਾਤਾਵਰਨ ਦਿਵਸ ਹੈ। ਇਸ ਮੁਤਲਕ ਵਾਤਾਵਰਨ ਜਿਹੜਾ ਇਹ 5 ਦਰਿਆਵਾਂ ਦੀ ਧਰਤੀ ਦੇ ਹਾਲਾਤ ਇਹ ਨੇ ਕਿ ਵਾਤਾਵਰਨ ਵਿਗਾੜ ਹਰ ਕਿਸਮ ਦਾ ਜਿਹੜਾ ਉਹ ਵੱਧ ਰਿਹਾ ਹੈ। ਜਿਹੜਾ ਸਰੋਤੇ ਵੀ ਮਹਿਸੂਸ ਕਰਦੇ ਹੋਣੇ ਆ, ਆਪਣੇ ਪ੍ਰੋਬਲਮ ਆ ਰਹੀ ਹੈ ਕਿਉਂਕਿ ਆਊਟਰ ਬ੍ਰੌਡਕਾਸਟਿੰਗ ਕਰ ਰਹੇ ਆ, ਥੋੜ੍ਹੀ ਸ਼ੋਰ ਸ਼ਰਾਬਾ ਇੱਦਾਂ ਸੁਣ ਰਹੇ ਆ। ਪਰ ਪੰਜਾਬ 'ਚ ਸ਼ਾਂਤੀ ਸਿਰਫ ਸਾਰੋਕਾਰਾਂ ਸਮਾਜਿਕ ਸੰਬੰਧਾਂ 'ਚ ਹੀ ਨਹੀਂ, ਸਿਆਸਤ 'ਚ ਹੀ ਸ਼ਾਂਤੀ ਖਤਮ ਹੋਈ ਨਹੀਂ, ਵਾਤਾਵਰਨ 'ਚ ਵੀ ਸ਼ਾਂਤੀ ਖਤਮ ਹੋ ਗਈ ਹੈ। ਜਿਹੜਾ
ਟੈਲੀਫੋਨ ਦੀ ਜਿਹੜੇ ਲੈਂਡਲਾਈਨ ਟੈਲੀਫੋਨ ਹੁੰਦੇ ਆ ਸੁਰਿੰਦਰਵੀਰ, ਉਹਨਾਂ ਦੀ ਜਿਹੜੀ ਘੰਟੀ ਦੀ ਆਵਾਜ਼ ਹੈ ਉਹ 10 ਡੈਸੀਬਲ ਹੁੰਦੀ ਹੈ ਅੰਦਾਜ਼ਨ, ਇਸ ਤੋਂ ਵੱਧ ਨਹੀਂ ਹੁੰਦੀ, ਉਹ ਐਡੀ ਉੱਚੀ ਹੁੰਦੀ ਆ ਉਹ ਆਵਾਜ਼। ਪਰ ਹੁਣ ਜੋ ਸਿਲਸਿਲਾ ਚੱਲ ਰਿਹਾ ਉਸ ਸਿਲਸਿਲੇ ਦੇ ਵਿੱਚ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਜਿਹੜਾ ਆਵਾਜ਼ ਪ੍ਰਦੂਸ਼ਣ ਹੈ ਉਹ 70 ਤੋਂ 75 ਡੈਸੀਬਲ ਹੈ। ਇਸ ਨੂੰ ਮੋਨੀਟਰਿੰਗ ਕਰਨ ਵਾਸਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਆਵਾਜ਼ ਪ੍ਰਦੂਸ਼ਣ ਮੈਪਿੰਗ ਸ਼ੁਰੂ ਕੀਤੀ ਹੈ, ਜਿਸ ਦੀ ਰਿਪੋਰਟ ਸਤੰਬਰ ਤੱਕ ਆ ਜਾਣੀ ਹੈ। ਪੰਜਾਬ ਦੀਆਂ ਫਿਜ਼ਾਵਾਂ ਦੇ ਵਿੱਚੋਂ ਤੁਸੀਂ ਵੇਖ ਰਹੇ ਹੋ ਕੋਇਲ ਦੀ ਆਵਾਜ਼ ਤਾਂ ਆ ਰਹੀ ਹੈ, ਪਰ ਪੰਛੀਆਂ ਦੀਆਂ ਆਵਾਜ਼ਾਂ ਖਤਮ ਨੇ ਤੇ ਪ੍ਰਦੂਸ਼ਣ ਜਿਹੜਾ ਹੈ ਉਹ ਬਥੇਰਾ ਵਧਿਆ ਪਿਆ। ਇਸ ਸਿਲਸਿਲੇ ਵਿੱਚ ਸ਼ੋਰ ਸ਼ਰਾਬਾ, ਜਿੰਦਾਬਾਦ ਮੁਰਦਾਬਾਦ ਭਗਵੰਤ ਨੂੰ ਪਸੰਦ ਨਹੀਂ, ਪਰ ਸੰਗਰੂਰ 'ਚ ਇੰਨੀ ਮੁਰਦਾਬਾਦ ਹੋ ਰਹੀ ਹੈ ਉਹ ਜਾਇਜ਼ ਵੀ ਹੈ, ਉਹ ਸਿਆਸੀ ਨਹੀਂ ਹੈ। ਤੁਸੀਂ ਵੇਖੋ ਕਿ 2016 ਦੀ ਪੁਲਿਸ ਭਰਤੀ ਦੇ ਉਮੀਦਵਾਰ 7 ਬੀਬੀਆਂ ਟੈਂਕੀ ਤੇ ਚੜ੍ਹੀਆਂ ਨੇ, ਜਿਨ੍ਹਾਂ 'ਚੋਂ 2-3 ਬਿਮਾਰ ਵੀ ਹੋ ਗਈਆਂ। ਉਹਨਾਂ ਦੇ ਨਾਲ ਹੀ ਟੀਚਰ ਵੀ ਟੈਂਕੀ ਤੇ ਚੜ੍ਹ ਗਏ ਨੇ। ਐਡੀ ਤਪਸ਼ ਪੈ ਰਹੀ ਹੈ, ਅੱਧ ਅਸਮਾਨੇ ਉਹ ਲੋਕ ਖੜ ਕੇ ਜਿਹੜੇ ਨੇ ਉਹ ਉੱਥੇ ਪ੍ਰਦਰਸ਼ਨ ਕਰ ਰਹੇ ਨੇ ਟੈਂਕੀਆਂ ਤੇ ਬੈਠ ਕੇ। ਸਿਆਸੀ ਤੌਰ ਤੇ ਕਿਸਾਨੀ ਦੀ ਹਾਲਾਤ ਇਹ ਹੈ ਕਿ ਮਲਕਾ ਸਾਰਾਭਾਈ ਉੱਘੀ ਅਦਾਕਾਰਾ ਨਰਤਕੀ ਹੈ, ਕੱਲ੍ਹ ਚੰਡੀਗੜ੍ਹ ਆਈ ਹੈ, ਉਹਨਾਂ ਨੇ ਪੰਜਾਬ ਦੇ ਕਿਸਾਨੀ ਨੂੰ ਸਲੂਟ ਕੀਤਾ ਹੈ, ਕਿਉਂਕਿ ਇਸ ਮਲਕਾ ਸਾਰਾਭਾਈ ਦੇ ਪਿਤਾ ਵਿਕਰਮ ਸਾਰਾਭਾਈ ਪੁਲਾੜ ਵਿਗਿਆਨ ਦੇ ਖੋਜੀ ਨੇ, ਜਨਮਦਾਤਾ ਨੇ ਇੰਡੀਆ ਦੇ ਵਿੱਚ। ਤੇ ਇਹਨਾਂ ਦੀ ਜਿਹੜੀ ਭੂਆ ਜੀ ਸੀਗੇ ਮਲਕਾ ਸਾਰਾਭਾਈ ਦੇ, ਉਹ ਜਿਹੜੇ ਨੇ ਭਾਰਤ ਦੀ ਆਜ਼ਾਦੀ ਦੇ ਵਿੱਚ ਉਸ ਬੀਬੀ ਸਾਰਾਭਾਈ ਦਾ ਬਹੁਤ ਵੱਡਾ ਯੋਗਦਾਨ ਹੈ, ਜਿਹਨੇ ਕਿਸਾਨਾਂ ਦੀ ਸਲੋਤਾ ਕੀਤੀ ਹੈ ਕਿ ਪੰਜਾਬ ਦੀ ਕਿਸਾਨੀ ਨੇ ਬਹੁਤ ਵੱਡਾ ਕੰਮ ਕੀਤਾ। ਪਰ ਪੰਜਾਬ ਦੀ ਕਿਸਾਨੀ ਵੀ ਸੁੰਗੜ ਦਿੱਤੀ, ਸਦਮੇ 'ਚ ਲਿਆ ਦਿੱਤੀ ਸਿਆਸੀ ਲੋਕਾਂ ਨੇ। ਮਰੇਕੋਟਲੇ ਦੇ ਮੀਆਂ ਜੀ MLA ਬਣੇ ਨੇ, ਕਿਤੇ ਛਬੀਲ ਤੇ ਖੜ ਕੇ ਲੋਕਾਂ ਨੇ ਘੇਰ ਲਏ, ਬਕਾਏ ਗੰਨੇ ਦੇ ਨਹੀਂ ਮਿਲ ਰਹੇ, ਕਿਸਾਨ ਪਰੇਸ਼ਾਨ ਹੈ। ਇਸ ਸਿਲਸਿਲੇ ਵਿੱਚ ਜਿਹੜੀ ਸੰਗਰੂਰ ਦੇ ਵਿੱਚ ਜਿੰਦਾਬਾਦ ਮੁਰਦਾਬਾਦ ਪ੍ਰਸ਼ਾਸਨ ਦੀ ਹੋ ਰਹੀ ਹੈ, ਤੇ ਖਾਸ ਕਰਕੇ ਸਿੱਧੂ ਮੂਸੇ ਵਾਲੇ ਕੇਸ ਦੇ ਵਿੱਚ ਇਹਨਾਂ ਦੀ ਮੁਰਦਾਬਾਦ ਹਰ ਮਨ ਦੇ ਵਿੱਚ ਪੰਜਾਬ 'ਚ ਵਧੀ ਹੈ। ਸਿੱਧੂ ਮੂਸੇ ਵਾਲਾ ਕੇਸ ਤੇ ਮੇਰੇ ਖਿਆਲ ਪੰਜਾਬ ਪੁਲਿਸ ਤੇ ਬਹੁਤਾ ਕੁਛ ਅੱਲੇ ਪੱਲੇ ਨਹੀਂ ਪੈ ਰਿਹਾ। ਇਸ ਕੇਸ ਤੇ ਅਪਡੇਟ ਜਿਹੜੀ ਹੈ ਕੰਪਲੀਟ ਕਰ ਦਿਓ, ਸਮਾਪਤੀ ਵੱਲ ਨੂੰ ਜਾਈਏ। ਕੋਈ ਹੋਰ ਖਬਰ ਹੋਵੇ ਉਹ ਵੀ ਲੈ ਲਿਓ ਪਲੀਜ਼ ਜੀ ਸੁਰਿੰਦਰ ਵੀਰ। ਦੇਖੋ, ਤੁਸੀਂ ਗੱਲ ਸਿੱਧੂ ਮੂਸੇਵਾਲੇ ਦੇ ਕੇਸ ਦੀ ਕੀਤੀ ਆ, ਲੋਕਾਂ 'ਚ ਰੋਸ ਬਹੁਤ ਆ, ਪਰ ਲੋਕਾਂ ਦੇ ਰੋਸ ਨੂੰ ਕੈਚ ਕਰਨ ਦੇ ਵਿੱਚ ਆਪੋਜੀਸ਼ਨ ਫੇਲ ਹੋ ਗਈ, ਚਾਹੇ ਕਾਂਗਰਸ ਸੀ, ਚਾਹੇ ਅਕਾਲੀ ਦਲ ਸੀ, ਚਾਹੇ BJP ਸੀ। ਤਿੰਨੋਂ ਧਿਰਾਂ ਜਿਹੜੀਆਂ ਉਹ ਹਾਲ ਦੀ ਘੜੀ ਫੇਲ ਆ। ਸ਼ਾਮ ਤੱਕ ਕੀ ਆਪਣੇ ਹਾਲਾਤ ਕੀ ਬਣਦੇ ਨੇ ਉਹ ਮੈਂ ਕਹਿ ਨਹੀਂ ਸਕਦਾ, ਲੇਕਿਨ ਹਾਲ ਦੀ ਘੜੀ ਜਿਹੜੀਆਂ ਤਿੰਨੇ ਧਿਰਾਂ ਉਹ ਫੇਲ ਨੇ ਇਹਦੇ ਵਿੱਚ। ਇਹ ਤਾਂ ਵੈਸੇ ਫੇਲ ਨੇ, ਪਰ ਸਮੇਂ ਤੋਂ ਪਹਿਲਾਂ ਦੀ ਗੱਲ ਹੈ। ਪਰ ਇੱਕ ਸਰਬ ਪ੍ਰਵਾਨਿਤ ਉਮੀਦਵਾਰ BJP ਉਤਾਰ ਕੇ ਮਾਤ ਪਾ ਸਕਦੀ ਹੈ ਸਾਰਿਆਂ ਨੂੰ ਜੀ। ਹਾਂ, ਨਹੀਂ ਮੈਂ ਉਹ ਦੇਖੋ, ਮੈਂ ਕੱਲ ਸ਼ਾਮ ਤੋਂ ਇਸ ਚੀਜ਼ ਨੂੰ ਬੜਾ ਨੇੜੇ ਤੋਂ ਵਾਚ ਰਿਹਾ ਕਿ ਮੈਨੂੰ ਉਮੀਦ ਆ ਕਿ ਉਹ ਕੁਛ ਵਾਪਰੇਗਾ, ਕਿਉਂਕਿ BJP ਆ, ਪਰਿਵਾਰ ਦੀ ਮਜਬੂਰੀ ਵੀ ਆ, ਪਰਿਵਾਰ ਦੀ ਮਜਬੂਰੀ ਆ ਇਨਸਾਫ ਮਿਲੇ। ਇਨਸਾਫ ਦੀ ਕਿਰਨ ਉਹਨਾਂ ਨੂੰ ਇੱਕੋ ਜਗ੍ਹਾ ਤੋਂ ਦਿਖਾਈ ਦਿੱਤੀ ਆ ਤੇ ਉਹ ਉਸ ਜਗ੍ਹਾ ਗਏ ਆ। ਤੇ ਕੁਦਰਤੀਆਂ ਜਦੋਂ ਤੁਹਾਨੂੰ ਕੋਈ ਇਨਸਾਫ ਦੇਵੇ, ਜਦੋਂ ਤੁਸੀਂ ਕਿਸੇ ਦੇ ਘਰੇ ਚੱਲ ਕੇ ਜਾਓ, ਵੈਸੇ ਇਹ ਬਹੁਤ ਵੱਡਾ ਦਾਅ ਆ, ਕਿਉਂਕਿ ਜੇ ਤਾਂ ਓਵਰ ਕੌਨਫੀਡੈਂਸ ਹੋ ਕੇ ਸਟੈਪ ਚੁੱਕ ਲਿਆ, ਸਕਸੈਸ ਤਾਂ ਬਹੁਤੇ ਨਹੀਂ ਹੋਣਗੇ। ਪਰ ਜੇ ਕਿਤੇ ਇਹ ਦਾਅ, ਕਿਉਂਕਿ ਪੰਜਾਬੀ ਸਮਝਦੇ ਨਹੀਂ ਅਸੀਂ, ਜੇ ਉਹਨਾਂ ਨੂੰ ਪੰਜਾਬੀਆਂ ਦੀ ਇਸ ਫਿਤਰਤ ਦਾ ਜਾਂ ਪੰਜਾਬੀਆਂ ਨੇ ਸੁਚੇਤਤਾ ਨਾ ਵਰਤੀ ਕਿ ਕੋਈ ਸਰਬ ਪ੍ਰਵਾਨਿਤ ਉਮੀਦਵਾਰ ਇਸ ਮੌਜੂਦਾ ਸਰਕਮਸਟੈਂਸ 'ਚੋਂ ਅਗਰ ਜਿਹੜੀ BJP ਕੈਸ਼ ਕਰ ਦਿੰਦੀ ਹੈ ਜਾਂ ਖਿਲਾਰ ਦਿੰਦੀ ਹੈ, ਇਹਦੇ ਨੈਗੇਟਿਵ ਤੋਂ ਪੋਜ਼ੀਟਿਵ ਦੋਨੇ ਅਸਰ ਪੈ ਸਕਦੇ ਆ। ਕੀ ਮਹਿਸੂਸ ਕਰਦੇ ਹੋ ਕਿ BJP ਜੇ ਸਿਆਣਪ ਕਰੇ ਤਾਂ ਅਜਿਹਾ ਸਟੈਪ ਨਾ ਚੱਕੇਗੀ, ਅਜਿਹਾ ਸਟੈਪ ਨਾ ਚੁੱਕੇ, ਤੇ ਜੇ ਕਿਤੇ ਓਵਰ ਕੌਨਫੀਡੈਂਸ ਹੋ ਕੇ ਇੱਦਾਂ ਦਾ ਕੋਈ ਸਟੈਪ ਚੁੱਕ ਲੈਂਦੀ ਹੈ ਨਾ, ਕਿਉਂਕਿ ਅਜੇ ਤੱਕ ਤੁਸੀਂ ਵੇਖੋ ਕਿ ਮੇਰੇ ਖਿਆਲ, ਮੈਂ ਫੁਕਰੀ ਨਹੀਂ ਮਾਰਦਾ ਕਿ ਆਪਣੇ ਚੈਨਲ ਨੂੰ ਛੱਡ ਕੇ ਇਸ ਸਿਆਸੀ ਕਤਲ ਦੇ ਜੋ ਲੋਕ ਜ਼ਿੰਮੇਵਾਰ ਨੇ ਉਹਨਾਂ ਵੱਲ ਨੂੰ ਕੋਈ ਮੀਡੀਆ ਉਂਗਲ ਨਹੀਂ ਕਰ ਰਿਹਾ। ਈਵਨ ਰਵੀਸ਼ ਦਾ ਵੀ ਕੋਈ ਇਸ਼ਾਰਾ ਨਹੀਂ ਹੈ, ਕਿਉਂਕਿ ਰਿਸਕੀ ਬਹੁਤ ਹੈ ਇਹ ਚੀਜ਼ ਕਹਿਣਾ। ਪਰ ਕਿਤੇ ਨਾ ਕਿਤੇ BJP ਓਵਰ ਕੌਨਫੀਡੈਂਸ ਹੋ ਕੇ ਇਸ ਤਰ੍ਹਾਂ ਦਾ ਕੋਈ ਸਟੈਪ ਨਾ ਚੁੱਕ ਲਵੇ, ਮਜਬੂਰੀ ਦਾ ਕਿਸੇ ਦੀ ਦਾ ਜੀ ਸੁਰਿੰਦਰ। ਨਹੀਂ, ਬਿਲਕੁਲ। ਦੇਖੋ, ਗੱਲ ਇਹ ਆ ਕਿ ਪਹਿਲੀ ਗੱਲ ਤਾਂ ਕਿਸੇ ਦੀ ਮਜਬੂਰੀ ਦਾ ਫਾਇਦਾ ਨਹੀਂ ਉਠਾਉਣਾ ਚਾਹੀਦਾ, ਪਰ ਸਿਆਸਤ ਆ, ਸਿਆਸਤ 'ਚ ਹਮੇਸ਼ਾ ਮਜਬੂਰੀ ਦੇ ਫਾਇਦੇ ਉਠਾਏ ਜਾਂਦੇ। ਸਿਆਸਤ ਦੇ ਵਿੱਚ ਕਦੀ ਸੱਚਾਈ ਨਹੀਂ ਹੁੰਦੀ। ਸਿਆਸਤ ਸ਼ੁਰੂ ਕਿੱਥੋਂ ਹੁੰਦੀ? ਜਿੱਥੇ ਜਾ ਕੇ ਝੂਠ ਦੀ ਹੱਦ ਖਤਮ ਹੋ ਜਾਂਦੀ ਆ, ਸਿਆਸਤ ਸ਼ੁਰੂ ਹੀ ਉੱਥੋਂ ਹੁੰਦੀ ਆ। ਇਸੇ ਕਰਕੇ ਇੱਕ ਆਮ ਜੀ ਕਹਾਵਤ ਆ
ਕਹਿੰਦੇ ਸਿਆਸਤ ਦੇ ਵਿੱਚ ਕਦੀ ਕੋਈ ਪਰਮਾਨੈਂਟ ਕਿਸੇ ਦਾ ਦੁਸ਼ਮਣ ਨਹੀਂ ਹੁੰਦਾ ਤੇ ਕੋਈ ਕਿਸੇ ਦਾ ਪਰਮਾਨੈਂਟ ਮਿੱਤਰ ਨਹੀਂ ਹੁੰਦਾ। ਕੋਈ ਪਤਾ ਨਹੀਂ, ਇੱਥੇ ਤਾਂ ਪਿਓ ਦੇ ਵਿਰੁੱਧ ਪੁੱਤ ਨੇ ਚੋਣ ਲੜੀ ਆ, ਪੁੱਤ ਦੇ ਵਿਰੁੱਧ ਪਿਓ ਨੇ ਲੜੀ ਆ, ਇੱਥੇ ਸਹੁਰੇ ਦੇ ਵਿਰੁੱਧ ਨੂੰਹ ਨੇ ਲੜੀ ਆ, ਠੀਕ ਹੈ ਨਾ। ਇਹ ਤਾਂ ਸਾਰਾ ਕੁਝ ਚੱਲਦਾ ਆ ਰਿਹਾ। ਭਰਾ ਦੇ ਵਿਰੁੱਧ ਭਰਾ ਨੇ ਲੜੀ ਆ, ਪ੍ਰਕਾਸ਼ ਸਿੰਘ ਬਾਦਲ ਤੇ ਗੁਰਦਾਸ ਬਾਦਲ ਨੇ ਵੀ ਲੜੀ ਆਪਸ ਚ, ਪਾਸ ਤੇ ਦਾਸ ਕਹਿੰਦੇ ਸੀ ਤੇ ਦੋਨਾਂ ਨੂੰ ਲੜਨੀ ਪੈ ਗਈ ਕਿਉਂਕਿ ਦੋਨਾਂ ਦੇ ਪ੍ਰਜੰਡ ਜਿਹੜੇ ਸੀ ਸਿੱਧੇ ਹੋ ਗਏ। ਉਹ ਕਹਿੰਦਾ ਪਾਪਾ ਤੂੰ ਉੱਤਰ, ਉਹ ਕਹਿੰਦਾ ਪਾਪਾ ਤੂੰ ਉੱਤਰ, ਤੇ ਦੋਨੋਂ ਪਾਪੇ ਜਿਹੜੇ ਸੀ ਸਿੱਧੇ ਕਰਾਤੇ। ਫਿਰ ਇਸ ਕਰਕੇ ਇਹ ਚੱਲਦਾ, ਸਿਆਸਤ ਹੈ ਹੀ ਆ, ਨਾ ਕੋਈ ਕਿਸੇ ਦਾ ਮਿੱਤਰ ਤੇ ਨਾ ਕੋਈ ਕਿਸੇ ਦਾ ਦੁਸ਼ਮਣ। ਕਿੰਨਾ ਲਿਜਾ ਸਕਦੇ ਹੁਣ ਜਿਹੜਾ ਕੈਪਟਨ ਅਮਰਿੰਦਰ ਸਿੰਘ 1997 ਚ ਇੱਕ ਟਿਕਟ ਲਈ ਲਿਲਕੜੀਆਂ ਲੈਂਦਾ ਫਿਰਦਾ ਸੀ, ਕਿਸੇ ਨੂੰ ਪਤਾ ਸੀ 2002 ਚ ਉਹਨੇ ਮੁੱਖ ਮੰਤਰੀ ਬਣਨਾ, ਤੇ ਅਗਲੇ ਨੇ ਫਿਰ ਸਾਰਾ ਕੁਝ ਫਰੋਲ ਕੇ ਰੱਖ ਦਿੱਤਾ। ਤੇ ਜਦੋਂ ਫਿਰ 2007 ਆਇਆ ਤੇ ਫਿਰ ਅਗਲਿਆਂ ਨੇ ਫਰੋਲ ਲਿਆ। 12-13 ਆਉਂਦੇ ਆਉਂਦੇ ਸਮਝੌਤਾ ਹੋ ਗਿਆ ਦੋਵਾਂ ਧਿਰਾਂ 'ਚ। ਤੁਸੀਂ ਸਾਨੂੰ ਕੁਛ ਨਾ ਕਿਹੋ, ਅਸੀਂ ਤੁਹਾਨੂੰ ਨਹੀਂ ਕਹਿੰਦੇ। ਦੋਨਾਂ ਧਿਰਾਂ ਨੇ ਝੁੱਕ ਕੇ ਸਮਝੌਤਾ ਕਰ ਲਿਆ ਕਿਉਂਕਿ ਸਲਾਖਾਂ ਕੱਟਣੀਆਂ ਬੜੀਆਂ ਔਖੀਆਂ ਨੇ, ਤੇ ਦੋਵੇਂ ਧਿਰਾਂ ਸਮਝੌਤਾ ਕਰ ਗਈਆਂ। ਤੇ ਫਿਰ ਨਾ 17 ਤੱਕ ਕਿਸੇ ਨੇ ਕੁਛ ਕਿਹਾ ਤੇ ਨਾ 17 ਤੋਂ 22 ਤੱਕ ਇੱਕ ਦੂਜੇ ਨੂੰ ਕਿਹਾ। ਈਵਨ ਕਿ ਉੱਥੇ ਹਾਲਾਤ ਇਹ ਸੀ ਕਿ ਜਿਹੜੇ ਮੇਨ ਵਿਅਕਤੀ ਸੀ ਉਹ ਬਚਦੇ ਸੀ, ਭਾਵੇਂ ਸੱਤਾਧਾਰੀ ਧਿਰ 'ਚ ਸੀ ਤੇ ਉੱਥੇ ਭਾਵੇਂ ਵਿਰੋਧੀ 'ਚ ਸੀ, ਤੇ ਜਿਹੜੇ ਵਿਰੋਧੀ ਸੀ ਉਹ ਕਲਪਦੇ ਸੀ ਕਿ ਸਰਕਾਰ ਸਾਡੀ ਆ, ਪਰ ਇੱਥੇ ਜਿਹੜਾ ਵਿਰੋਧੀ ਆ ਉਹਦੀ ਸਪੋਰਟ ਸਾਡੀ ਸਰਕਾਰ ਕਰ ਰਹੀ ਹੈ। ਸ਼ਰੇਆਮ ਇਲਜ਼ਾਮ ਲੱਗੇ। ਲਾਲੀ ਮਜੀਠੀਆ ਕਿਉਂ ਛੱਡ ਕੇ ਫਿਰ ਕਾਂਗਰਸ ਆਮ ਆਦਮੀ ਪਾਰਟੀ 'ਚ ਆ ਗਿਆ? ਉਹ ਕਹਿੰਦਾ 5 ਸਾਲ ਮੇਰੀ ਸਰਕਾਰ ਨੇ ਮੇਰੀ ਨਹੀਂ ਸੁਣੀ, ਤੇ ਵਿਕਰਮ ਮਜੀਠੀਏ ਦੇ ਕੰਮ ਹੁੰਦੇ ਸੀ। ਕਹਿੰਦਾ ਮੈਂ ਕਿੱਥੇ ਜਾਵਾਂ? ਕਹਿੰਦਾ ਮੇਰੀ ਜਿਹੜੀ ਸੀ ਨਗਰ ਕੌਂਸਲ ਸਾਰੀ ਦੀ ਸਾਰੀ ਮਜੀਠਾ ਹਰਵਾਤੀ ਔਰ ਮੇਰੀ ਹਾਈ ਕਮਾਂਡ ਨੇ ਹਰਾਈ ਹੈ, ਮੇਰੀ ਸੂਬੇ ਦੀ ਸਰਕਾਰ ਨੇ ਹਰਾਈ ਹੈ। ਇਹ ਦੋਸ਼ ਲੱਗਦੇ ਰਹੇ ਨੇ, ਸ਼ਰੇਆਮ ਲੱਗਦੇ ਰਹੇ ਨੇ। ਇਸ ਕਰਕੇ ਸਿਆਸਤ 'ਚ ਇਹ ਚੱਲਦਾ। ਪਰ ਚੰਗਾ ਹੋਵੇ ਜੇਕਰ ਉਹਦਾ ਪਰਿਵਾਰ ਜਿਹੜਾ ਇਨਸਾਫ ਮਿਲੇ ਨਾ ਮਿਲੇ, ਠੀਕ ਆ, ਇਨਸਾਫ ਲਈ ਦਰ ਦਰ ਤੇ ਜਾਣਾ ਉਹਨਾਂ ਦਾ ਹੱਕ ਆ, ਲੇਕਿਨ ਇਹਨਾਂ ਦੇ ਢਾਈ ਨਾ ਚੜ੍ਹਨ। ਪਰ ਅੱਜ ਸ਼ਾਮ ਤੱਕ ਕੋਈ ਨਾ ਕੋਈ ਪਿਕਚਰ ਜਿਹੜੀ ਉਹ ਬਹੁਤ ਜ਼ਰੂਰ ਕਲੀਅਰ ਹੋਏਗੀ, ਕਿਉਂਕਿ ਅੱਜ ਸ਼ਾਮ ਤੱਕ ਕਾਂਗਰਸ ਤੇ ਬੀਜੇਪੀ ਦੋਨਾਂ ਨੇ ਆਪਣੇ ਉਮੀਦਵਾਰ ਜਿਹੜੇ ਆ ਉਹ ਅਨਾਉਂਸ ਕਰਨੇ ਆ। ਕਿੱਧਰ ਨੂੰ ਗੋਟੀ ਜਾਂਦੀ ਆ, ਕਿਹਦਾ ਗੁਣਾ ਪੈਂਦਾ, ਕਿਹੜਾ ਲੱਗਦਾ ਕਿਹੜਾ ਨਹੀਂ ਲੱਗਦਾ, ਉਹ ਸ਼ਾਮ ਤੱਕ ਕਲੀਅਰ ਹੋਏਗਾ। ਅਗਲੀ ਗੱਲ ਤੁਸੀਂ ਗੱਲ ਕੀਤੀ ਆ ਕਿ ਜਿਹੜਾ ਸ਼ਹੀਦੀ ਸਪਤਾਹ ਚੱਲ ਰਿਹਾ, ਠੀਕ ਹੈ ਨਾ, ਕਿਉਂਕਿ ਦੇਖੋ ਘੱਲੂਘਾਰਾ ਸੀ, ਤੀਜਾ ਘੱਲੂਘਾਰਾ ਹਮੇਸ਼ਾ ਇਹਨੂੰ ਗਿਣਿਆ ਗਿਆ। ਕਈ ਸਿਰ ਕੀ ਕਹਿੰਦੇ ਸਿਰ ਫਿਰੇ ਕਹਿੰਦੇ ਘੱਲੂਘਾਰਾ ਥੋੜ੍ਹੀ ਆ, ਬੜੇ ਆ। ਮੈਨੂੰ ਕਈ ਵਾਰੀ ਆਉਂਦਾ ਵੀ ਉਹਨਾਂ ਨੂੰ ਕਹੋਗੇ ਬੰਦੇ ਦੇ ਪੁੱਤ ਬਣ ਕੇ ਕਦੀ ਦੇਖ ਤੇ ਲਓ, ਘੱਲੂਘਾਰਾ ਨਹੀਂ। ਕਿਸੇ ਬੈਠੇ ਵਿਅਕਤੀ ਨੂੰ ਆ ਕੇ ਉਹਦੇ ਤੇ ਅਟੈਕ ਕਰ ਦੇਣਾ, ਆਮ ਵਿਅਕਤੀਆਂ ਦਾ ਕੀ ਕਸੂਰ ਸੀ? ਜਿਹੜੇ ਪਿਓਆਂ ਨਾਲ ਲੜਨਾ ਸੀ ਲੜ ਲੈਂਦੇ ਤਾਂ ਪਤਾ ਲੱਗ ਜਾਂਦਾ। ਫਿਰ ਕਿਉਂ ਕਿਤਾਬਾਂ 'ਚ ਜਨਰਲ ਬਰਾੜ ਵੀ ਲਿਖ ਕੇ ਜਾਂਦਾ ਕਿ ਕਹਿੰਦਾ ਜਿੱਡੀ ਸੂਰਮਗਤੀ ਨਾਲ ਲੜੇ ਆ ਇਹ ਵਿਅਕਤੀ, ਏਦਾਂ ਤੇ ਜੇ ਇੰਡੀਆ ਦੀ ਆਰਮੀ 'ਚ ਹੁੰਦੇ ਤੇ ਪਾਸਾ ਪਲਟਿਆ ਹੁੰਦਾ। ਕਹਿੰਦਾ ਗੱਲ ਇਹ ਹੈ ਕਿ ਜਿਹੜੇ ਨਜਾਇਜ਼ ਲੋਕਾਂ ਦੇ ਨਾਲ ਧੱਕੇ ਹੋਏ 1984 ਤੋਂ ਲੈ ਕੇ 95 ਤੱਕ, ਜਿਹੜੇ ਸ਼ਰਧਾਲੂ ਸੀ, ਜਿਹੜੇ ਉੱਥੇ ਸੰਗਤ ਸੀ, ਉਹਨਾਂ ਦਾ ਤਾਂ ਕੋਈ ਦੋਸ਼ ਨਹੀਂ ਸੀ, ਸੁਰੱਖਿਅਤ ਕੱਢੇ ਜਾ ਸਕਦੇ ਸੀ। ਪਰ ਅਫਸੋਸ ਕਿ ਉਹਨਾਂ ਦਾ ਕੋਈ, ਠੀਕ ਹੈ ਜਿਨ੍ਹਾਂ ਨਾਲ ਲੜਾਈ ਸੀ ਲੜਿਆ ਜਾਂਦਾ, ਪਰ ਜਿਹੜੇ ਬੱਚੇ, ਔਰਤਾਂ ਜਾਂ ਆਮ ਸ਼ਰਧਾਲੂ ਸੀ ਜੋ ਨਤਮਸਤਕ ਹੋਣ ਗਏ ਸੀਗੇ, ਉਹਨਾਂ ਦਾ ਤਾਂ ਦੋਸ਼ ਕੋਈ ਨਹੀਂ ਸੀਗਾ ਜੀ। ਦੇਖੋ ਗੱਲ ਪ੍ਰਕਰਮਾਂ ਦੀ ਨਹੀਂ ਸੀ, ਪ੍ਰਕਰਮਾਂ 'ਚ ਕਿੰਨੇ ਸੀ ਉਹ ਆਪੇ ਇੱਕ ਇੱਕ ਕਰਕੇ ਬਾਹਰ ਆ ਜਾਣੇ ਸੀ। ਗੱਲ ਸੀ ਕਿ ਜਿਹੜੇ ਲੰਗਰ ਹਾਲ 'ਚ ਸੀ, ਲੰਗਰ ਹਾਲ ਦੇ ਉੱਪਰ ਸੀ, ਜਿਹੜੇ ਬਾਕੀ ਸਰਾਵਾਂ 'ਚ ਸੀ, ਉਹਨਾਂ ਨੂੰ ਸਭ ਨੂੰ ਕਹਿੰਦੇ ਕਿ ਦੇਖੋ ਤੁਸੀਂ ਸੁਰੱਖਿਅਤ ਬਾਹਰ ਨਿਕਲੋ। ਤੁਸੀਂ 29 ਮਈ ਨੂੰ ਤਕਰੀਬਨ ਜਿਹੜੀ ਹੈ ਇਹਨਾਂ ਨੇ ਆਰਮੀ ਜਿਹੜੀ ਪੂਰੇ ਪੰਜਾਬ 'ਚ ਲਾ ਚੁੱਕੇ ਸੀ, ਲੇਕਿਨ 3 ਤਰੀਕ ਦੀ ਸ਼ਾਮ ਨੂੰ ਤੁਸੀਂ ਐਲਾਨ ਕਰ ਦਿੱਤਾ ਤੇ ਪੂਰੇ ਪੰਜਾਬ 'ਚ ਕਰਫਿਊ ਲੱਗ ਗਿਆ, ਘਰੋਂ ਘਰੀ ਭੱਜੋ, ਸਭ ਨੂੰ ਘਰੋਂ ਘਰੀ ਭਜਾ ਦਿੱਤਾ। 1 ਤਰੀਕ ਨੂੰ ਵੀ ਫਾਇਰਿੰਗ ਕਰਤੀ CRP ਨੇ। ਤੁਸੀਂ 1 ਨੂੰ ਕੱਢ ਦਿਓ, 2 ਨੂੰ ਕੱਢ ਦਿਓ, 3 ਨੂੰ ਕੱਢ ਦਿਓ, ਠੀਕ ਆ। 2 ਦੀ ਰਾਤ ਨੂੰ ਸੱਚ ਇਹਨਾਂ ਨੇ ਕਰਫਿਊ ਪੂਰੇ ਪੰਜਾਬ 'ਚ ਜਿਹੜਾ ਉਹ ਲਾਇਆ ਸੀ। ਹੁਣ ਤੁਸੀਂ ਉਹ ਸਾਰੇ ਸਾਬਕਾ ਇਹਦੇ ਵਿੱਚ ਕੀਤਾ ਕੀ? ਹੁਣ ਤੱਕ ਕੀਤਾ ਇਹ ਕਿ ਕਿਸੇ ਨੂੰ ਸੁਰੱਖਿਅਤ ਕੱਢਿਆ ਹੀ ਨਹੀਂ। ਤੁਸੀਂ ਪਹਿਲਾਂ ਸਿੱਧਾ ਅਟੈਕ ਕਰਨ ਤੇ ਤੁਰ ਪਏ। ਜਦੋਂ ਅਟੈਕ ਜਿਹੜਾ ਸੀ ਉਹ ਤੁਹਾਡਾ ਸਕਸੈਸਫੁਲ ਨਹੀਂ ਹੋਇਆ, ਫਿਰ ਤੈਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਅੱਗੇ ਤੋਂ ਮੂੰਹ ਤੋੜਵਾਂ ਜਵਾਬ ਮਿਲ ਰਿਹਾ, ਹੁਣ ਕੀ ਕਰੀਏ? ਜਦੋਂ ਤੁਹਾਨੂੰ ਪਹਿਲਾਂ
ਸਲਾਹ ਦੇਣ ਵਾਲੇ ਨੇ ਸਲਾਹ ਦਿੱਤੀ ਸੀ ਕਿ ਇਹ ਕਾਰਵਾਈ ਨਾ ਕਰਿਓ। ਗੱਲ ਕਿੱਡੀ ਕੋ ਸੀ, ਜੇ ਸਰੈਂਡਰ ਹੀ ਕਰਾਉਣਾ ਸੀ ਤਾਂ ਸਰੈਂਡਰ ਤਰੀਕੇ ਨਾਲ ਕਰੋ, ਨਾ ਕਿ ਲੋਕਾਂ ਦਾ, ਆਮ ਲੋਕ ਜਿਹੜੇ ਸ਼ਰਧਾਲੂ ਗਏ ਸੀ ਉਹਨਾਂ ਦਾ ਕਤਲੇਆਮ ਕਰਦੇ। ਤੁਸੀਂ ਤਾਂ ਬਖਸ਼ੇ ਕੋਈ ਨਹੀਂ। ਜਿਹੜੇ ਸਰਾਵਾਂ 'ਚ ਲੋਕ ਸੀ ਉਹ ਸਾਰੇ ਲੈ ਆਉਣੇ ਚਾਹੀਦੇ ਸੀ ਸੁਰੱਖਿਅਤ ਥਾਂ ਤੇ ਲਿਆ ਕੇ। ਜੇ ਤੁਹਾਨੂੰ ਉਹ 'ਚ ਕੋਈ ਸ਼ੱਕੀ ਦਿਖਦਾ ਸੀ ਤੁਸੀਂ ਉਹਨੂੰ ਅਰੈਸਟ ਕਰ ਲੈਂਦੇ। ਤੇ ਬਾਕੀ ਜਿਹੜੇ ਆਮ ਲੋਕ ਘਰਾਂ ਤੋਂ ਮੱਥਾ ਟੇਕਣ ਆਏ ਸੀ ਉਹਨਾਂ ਨੂੰ ਵੀ ਜਾਣ ਦੇਣਾ ਚਾਹੀਦਾ। ਤੁਸੀਂ ਜਿੱਥੇ ਦੇਖੇ ਬਰਸਟ ਖੋਲ ਤੇ ਸਾਰੇ ਤੁਸੀਂ ਆਰਮੀ ਲਿਆ ਕੇ ਲਾ ਦਿੱਤੀ, ਜਿਨ੍ਹਾਂ ਨੂੰ ਪੰਜਾਬ ਦਾ ਕਲਚਰ ਹੀ ਨਹੀਂ ਸੀ ਪਤਾ। ਉਹ ਫਿਰ ਕਹਾਵਤ ਇੱਕ ਸੱਚੀ ਹੋਈ ਹੈ ਨਾ, ਆਰਮੀ 'ਚ ਜਾਂਦੇ ਦਾ ਕਹਿੰਦੇ ਹੁੰਦੇ ਆ, ਕੀ ਕਹਿੰਦੇ ਹੁੰਦੇ ਮੈਨੂੰ, ਜਾਂਦੇ ਦੀ ਅਕਲ ਤੇ ਆਉਂਦੇ ਦੀ ਰਫਲ, ਦੋਨੋਂ ਚੀਜ਼ਾਂ ਜਿਹੜੀਆਂ ਉਹ ਕੱਢ ਲਈਆਂ ਜਾਂਦੀਆਂ ਕਿ ਸਿਰਫ ਇੱਕ ਦੇਸ਼ ਹੀ ਦਿਖੇ, ਬਾਕੀ ਦਿਖੇ ਹੀ ਕੱਖ ਨਾ। ਇਸ ਕਰਕੇ ਜਿਹੜਾ ਚੌਥਾ ਘੱਲੂ ਘਾਰਾ ਸੀ ਉਹਦੇ ਉੱਤੇ ਆ ਕੇ ਦੇਖੋ ਬੰਦ ਦੇ ਸੱਦੇ ਵੀ ਦਿੱਤੇ ਜਾਣੇ ਨੇ, ਸਭ ਕੁਝ ਹੋਣਾ। ਪਰ ਜੇ ਆਪਾਂ ਕਹੀਏ ਕਿ ਕੋਈ ਬਹੁਤ ਵੱਡਾ ਘਟਨਾਕ੍ਰਮ ਵਾਪਰ ਜੂਗਾ, ਇੱਦਾਂ ਦਾ ਕੁਛ ਨਹੀਂ ਵਾਪਰਨਾ। ਸਿਰਫ ਕੱਲ੍ਹ ਦਾ ਦਿਨ ਆ, ਕੱਲ੍ਹ ਦਾ ਦਿਨ ਅੰਦਰ ਸਟੇਜ ਦੀ ਅਜੇ ਤੱਕ ਕਲੀਅਰ ਨਹੀਂ ਹੋਇਆਗਾ। ਇਕੱਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋ ਰਹਿਣੀ, SGPC ਕੋ ਰਹਿਣੀ ਕਿ ਜਾਂ ਬਾਕੀ ਧਿਰਾਂ ਨੂੰ। ਪਹਿਲਾਂ ਉਮੀਦ ਸੀ ਸਿਮਰਨਜੀਤ ਸਿੰਘ ਮਾਨ ਤੇ ਉਹਦੇ ਧੜੇ ਨੂੰ ਵੀ ਜਿਹੜੀ ਮਾਨਤਾ ਦਿੱਤੀ ਜਾਊਗੀ, ਪਰ ਹੁਣ ਮੈਨੂੰ ਲੱਗਦਾ ਜਿੱਦਾਂ ਉਮੀਦਵਾਰ ਅਲੱਗ-ਅਲੱਗ ਹੋ ਗਿਆ, ਸਿਮਰਨਜੀਤ ਸਿੰਘ ਮਾਨ ਦੇ ਧੜੇ ਨੂੰ ਵੀ ਅੰਦਰੋਂ ਬੋਲਣ ਦੀ ਇਜਾਜ਼ਤ ਜਿਹੜੀ ਆ ਉਹ ਨਹੀਂ ਦਿੱਤੀ ਜਾਏਗੀ। ਜੀ ਬਿਲਕੁਲ ਸੁਰਿੰਦਰ ਬਾਈ ਜੀ, ਦੇਖੋ ਬਿਲਕੁਲ ਤੁਸੀਂ ਬੜੇ ਵਿਸਤਾਰ ਨਾਲ ਸਾਰੇ ਪੁਆਇੰਟ ਤੇ ਗੱਲਬਾਤ ਕੀਤੀ ਹੈ। ਸੋ ਵਾਤਾਵਰਨ ਪ੍ਰਤੀ, ਕੁਦਰਤ ਪ੍ਰਤੀ, ਮਨੁੱਖਤਾ ਪ੍ਰਤੀ ਜੋ ਸਾਡੇ ਫਰਜ਼ ਨੇ ਉਹ ਆਪਸੀ ਮਜ਼ਹਬਾਂ, ਮੁਲਕਾਂ, ਮੁਹੱਬਤਾਂ ਤੋਂ ਉੱਪਰ ਉੱਠ ਕੇ ਇਸ ਮਾਨਵਤਾ ਲਈ ਕੰਮ ਕਰਨਾ ਚਾਹੀਦਾ। ਅੱਜ ਜਿਸ ਤਰ੍ਹਾਂ ਆਲਮੀ ਵਾਤਾਵਰਨ ਦਿਵਸ ਹੈ, ਇਸ ਮੁਤਲਕ ਉਹ ਭਾਈ ਗੁਰਦਾਸ ਦਾ ਵਾਕ ਹੈ, ਜੇ ਮੈਂ ਗਲਤ ਨਹੀਂ, ਕਿ ਧਰਤੀ ਭਾਰ ਅਕਿਰਤ ਕਣ ਮੰਦੀ ਹੂ ਮੰਦੇ। ਧਰਤੀ ਤੇ ਪਰਬਤਾਂ ਦਾ, ਰੁੱਖਾਂ ਦਾ, ਕਿਸੇ ਚੀਜ਼ ਦਾ ਭਾਰ ਨਹੀਂ, ਪਰ ਧਰਤੀ ਤੇ ਭਾਰ ਅਕਿਰਤ ਕਣ ਨੇ ਜਿਹੜੇ ਹਰ ਸਮਾਜ, ਸੁਸਾਇਟੀ ਵਰਗ ਦੇ ਵਿੱਚ ਨੇ। ਉਹਨਾਂ ਅਕਿਰਤ ਕਣਾਂ ਨੂੰ ਪਹਿਚਾਨਣਾ ਹੋਏਗਾ ਤੇ ਪ੍ਰਕਿਰਤੀ ਲਈ ਕੰਮ ਕਰਨਾ ਹੋਏਗਾ। ਤੇ ਇਸ ਕਰਕੇ ਅੱਜ ਵਾਤਾਵਰਨ ਦਿਵਸ ਹੈ। ਤੇ ਜ਼ਰੂਰ, ਕਿਉਂਕਿ ਸਿੱਖਾਂ ਦਾ ਤਾਂ ਜਿਹੜਾ ਕਾਦਰ ਹੈ ਉਹ ਵੀ ਕੁਦਰਤ ਦੇ ਵਿੱਚ ਹੈ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ। ਸੋ ਕੁਦਰਤ ਨਾਲ, ਕਾਇਨਾਤ ਨਾਲ ਜੁੜਨਾ ਚਾਹੀਦਾ, ਕੁਝ ਲੋਕਾਂ ਨੂੰ ਲਾਂਭੇ ਕਰਨਾ ਚਾਹੀਦਾ। ਸੋ ਅੱਜ ਵਾਤਾਵਰਨ ਦਿਵਸ ਹੈ। ਜ਼ਰੂਰ ਇਸ ਦਿਵਸ ਦੇ ਮੌਕੇ ਕੋਈ ਨਾ ਕੋਈ ਕੁਦਰਤ ਨਾਲ ਜੁੜਿਆ ਕੰਮ ਹੈ, ਜਿਹੜਾ ਵਾਤਾਵਰਨ ਨਾਲ ਜੁੜਿਆ ਕੰਮ ਹੈ, ਜਿਹੜਾ ਉਹ ਕਰਨਾ ਚਾਹੀਦਾ। ਵਾਤਾਵਰਨ ਵਿਗਾੜ, ਭਾਵੇਂ ਉਹ ਪ੍ਰਦੂਸ਼ਣ ਦਾ ਹੈ, ਭਾਵੇਂ ਉਹ ਆਵਾਜ਼ ਦਾ ਹੈ, ਭਾਵੇਂ ਉਹ ਸਮਾਜ ਦੇ ਵਿੱਚ ਫੈਲੀ ਗੰਦਗੀ ਦਾ, ਭਾਵੇਂ ਵਾਤਾਵਰਨ ਦੇ ਨਾਲ ਨਾਲ ਮਨਾਂ 'ਚ ਜੋ ਇਸ ਤਰ੍ਹਾਂ ਦੀ ਨਫ਼ਰਤ ਹੈ ਉਹ ਖ਼ਤਮ ਕਰਨੀ ਚਾਹੀਦੀ ਹੈ। ਸੁਰਿੰਦਰ ਬਾਈ ਜੀ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮਿਹਰਬਾਨੀ ਮਿਹਰਬਾਨੀ ਜੀ। ਸੋ ਇਸ ਦੇ ਨਾਲ ਹੀ ਮੈਂ ਪਰਮਿੰਦਰ ਸਿੰਘ ਟਿਵਾਣਾ ਵੀ ਰੇਡੀਓ ਟਿਵਾਣਾ ਰੇਡੀਓ ਦੇ ਸਾਰੇ ਸਤਿਕਾਰਤ ਸਰੋਤਿਆਂ ਤੋਂ ਇੱਥੇ ਹੀ ਆਗਿਆ ਚਾਹਾਂਗਾ। ਸ਼ਬਾ ਖੈਰ, ਸਤਿ ਸ਼੍ਰੀ ਅਕਾਲ। ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।